ਕਿ ਬੀਜੇਪੀ ਨੂੰ ਦੁਬਾਰਾ ਡੇਰਿਆਂ ਦੀ ਸਪੋਰਟ ਦੇ ਵਿੱਚ ਦੇ ਲਈ ਕਿਉਂ ਜਾਣਾ ਪੈ ਰਿਹਾ ਹੈ। ਉਮੀਦ ਹੈਗੀ ਹੈ ਕਿ ਬੀਜੇਪੀ ਨੂੰ ਸਪੋਰਟ ਮਿਲ ਸਕਦੀ ਹੈ। ਡੇਰੇ ਅਮਿਤ ਸ਼ਾਹ ਦੇ ਜਾਣ ਨਾਲ ਕੋਈ ਫਾਇਦਾ ਹੋ ਸਕਦਾ ਪੋਲੀਟੀਕਲੀ। ਇਹ ਕਟਸੀ ਵਿਜ਼ਿਟ ਜਿਹੜੀ ਡੇਰਾ ਬਿਆਸ ਕਰ ਰਹੇ, ਇਹ ਕਟਸੀ ਵਿਜ਼ਿਟ ਡੇਰਾ ਸੱਚਾ ਸੌਦਾ ਵੀ ਹੋਏਗੀ। ਇਹ ਇਹੋ ਜਿਹੇ ਲੋਕ ਜਿਹੜੇ ਪ੍ਰਭਾਵਸ਼ਾਲੀ ਸਮਾਜ ਵਿੱਚ ਹੈਗੇ ਨੇ ਪਰ ਇਲੈਕਸ਼ਨ ਹੀ ਜਾ ਕੇ ਮਿਲਣਾ ਹੀ ਚਾਹੀਦਾ, ਕੋਈ ਮਾੜੀ ਗੱਲ ਨਹੀਂ ਹੈਗੀ। ਬੀਜੇਪੀ ਦੇ ਇਸ ਅਹਿਸਾਨ ਦਾ ਕੁਝ ਡੇਰਾ ਸੱਚਾ ਸੌਦਾ ਵਾਲਾ ਸੰਤ ਕੁਝ ਮੁੱਲ ਚੁਕਾਏਗਾ। ਸਾਡਾ ਕੋਈ ਸੰਪਰਕ ਨਹੀਂ, ਸਾਡੇ ਨਾਲ ਕੋਈ ਸੰਵਾਦ ਨਹੀਂ ਔਰ ਸਾਨੂੰ ਪਤਾ ਨਹੀਂ ਉਹ ਕੀ ਕਰੇ ਕੀ ਨਹੀਂ ਕਰੇ, ਉਹਦਾ ਕੰਮ ਆਪਣੀ ਜਗ੍ਹਾ। ਡੇਰਾ ਸੱਚਾ ਸੌਦਾ ਵਾਲੇ ਕੋ ਵੋਟਾਂ ਲੈਣ ਜਾਣਗੇ। ਕਾਂਗਰਸ ਦੇ ਕੁਝ ਲੀਡਰ ਗਏ ਨੇ, ਜਾ ਸਕਦੇ ਨਹੀਂ, ਕਾਂਗਰਸ ਦੇ ਲੀਡਰ ਜਾ ਸਕਦੇ। ਜਿਸ ਸਮੇਂ ਡੇਰੇ ਵਾਲੇ ਨੂੰ ਮਾਫੀ ਮਿਲੀ ਤੇ ਐਡ ਨਿਕਲੀ, ਉਸ ਸਮੇਂ ਬੀਜੇਪੀ ਦੇ ਲੀਡਰਾਂ ਨੇ ਗੱਲ ਕਿਉਂ ਨਹੀਂ ਕੀਤੀ ਵੀ ਇਹ ਗਲਤ ਹੋ ਗਿਆ। ਪਿਛਲੇ ਦਿਨੀ ਜਦੋਂ ਅਮਿਤ ਸ਼ਾਹ ਪੰਜਾਬ ਆਏ, ਉਹਨਾਂ ਨੇ ਰੈਲੀ ਦੇ ਵਿੱਚ ਜ਼ਿਕਰ ਕੀਤਾ, ਬੀਜੇਪੀ ਦੇ ਹੋਰ ਲੀਡਰ ਵੀ ਜ਼ਿਕਰ ਕੀਤੇ ਕਿ ਧਰਮ ਪਰਿਵਰਤਨ ਨੂੰ ਲੈ ਕੇ ਕਾਨੂੰਨ ਆਏਗਾ ਪੰਜਾਬ ਦੇ ਵਿੱਚ ਵੀ। ਕਾਨੂੰਨ ਆਏਗਾ। ਆਰਪੀ ਸਿੰਘ ਜੀ ਕਿ ਕਿਸੇ ਨੂੰ ਵੀ ਕੋਈ ਵੀ ਧਰਮ ਮੰਨਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਸਾਡੇ ਵਾਸਤੇ ਸਾਰੇ ਧਰਮਾਂ ਦੇ ਰਸਤੇ ਖੁੱਲੇ ਨੇ। ਇਸ ਫਾਰਮੂਲੇ ਦੇ ਉੱਤੇ ਪੰਜਾਬ ਦੇ ਵਿੱਚ ਚੋਣਾਂ ਲੜ ਦਿਓ, ਇੱਕ ਵੱਡਾ ਸੈਕਸ਼ਨ ਜਿਹੜਾ ਕ੍ਰਿਸਚੀਅਨ ਭਾਈਚਾਰੇ ਦਾ ਉਹ ਤੁਹਾਡੇ ਤੋਂ ਅਲੱਗ ਹੋ ਜਾਏਗਾ। ਅਸੀਂ ਕਹਿੰਦੇ ਵੀ ਮੈਂ ਆਪਣੀ ਮਰਜ਼ੀ ਨਾਲ ਕ੍ਰਿਸਚੀਅਨਿਟੀ ਜਾਵਾਂ, ਅਲੱਗ ਗੱਲ ਹੈ। ਨਾਟ ਪੈਲੂਅਰ ਮੈਂ ਲਾਲਚ ਦੇਖ ਕੇ ਨਹੀਂ ਜਾ ਸਕਦਾ। ਐਸਵਾਈਐਲ ਦਾ ਮੁੱਦੇ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਿਆਸੀ ਮੁੱਦਾ ਹੈਗਾ। ਬੀਜੇਪੀ ਨੂੰ ਜੇ ਕੱਲ ਨੂੰ ਪੰਜਾਬ ਦੇ ਹੱਕ 'ਚ ਸਟੈਂਡ ਲੈਣਾ ਪਿਆ, ਬੀਜੇਪੀ ਪੰਜਾਬ ਦੇ ਪਾਣੀਆਂ ਦਾ ਮੁੱਦਾ, ਜਿਹਦੇ ਵਾਟਰ ਟੇਬਲ ਦੀ ਗੱਲ ਹੁੰਦੀ ਹੈ ਕਿ ਹਰ ਸਾਲ ਘਟ ਰਿਹਾ, ਪੰਜਾਬ ਦੇ ਪਾਣੀਆਂ ਦੇ ਲਈ ਬੀਜੇਪੀ ਦਾ ਸਟੈਂਡ ਕੀ ਹੋਏਗਾ। ਸਰਕਾਰ ਆਏਗੀ ਤੁਹਾਨੂੰ ਰਸਤਾ ਦਿਖਾ ਕੇ ਕੱਟ ਕੇ ਦਿਖਾਵਾਂਗੇ। ਸੁਖਬੀਰ ਸਿੰਘ ਬਾਦਲ ਹੋਣਾ ਨੇ ਦਾਅਵਾ ਕੀਤਾ ਕੱਲ ਹੀ ਕਿ ਸਾਡੀ 80 ਸੀਟਾਂ ਆ ਰਹੀਆਂ ਨੇ ਤੇ ਬੀਜੇਪੀ ਨੂੰ 2। ਮੁੰਗੇਰੀ ਲਾਲ ਦੇ ਅਸੀਸ ਆਪਣੇ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਪਮਿਲ ਭਾਟੀਆ। ਭਾਜਪਾ ਦੀ तमाम ਕੇਂਦਰੀ ਲੀਡਰਸ਼ਿਪ ਇਨ ਦਿਨੀ ਪੰਜਾਬ ਦੇ ਵਿੱਚ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ। ਉਸ ਦੇ ਬਾਵਜੂਦ ਵੀ ਸਾਰੇ ਲੀਡਰਾਂ ਦੇ ਵਿੱਚੋਂ ਵੱਡੇ ਚਿਹਰੇ, ਕੁਝ ਵੱਡੇ ਚਿਹਰੇ ਇਨ ਦਿਨੀ ਡੇਰਾ ਪੋਲਿਟਿਕਸ ਵੱਲ ਨੂੰ ਵੱਧ ਰਹੇ ਨੇ, ਡੇਰਿਆਂ ਦੇ ਚੱਕਰ ਲਾ ਰਹੇ ਨੇ। ਅੱਜ ਖੁਦ ਅਮਿਤ ਸ਼ਾਹ ਡੇਰਾ ਸਤਸੰਗ ਬਿਆਸ ਪਹੁੰਚਣਗੇ। ਇਸ ਤੋਂ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਨੇ ਦਿੱਲੀ ਦੇ ਵਿੱਚ ਮੁਲਾਕਾਤ ਕੀਤੀ ਸੀ। ਅੱਜ ਉਸ ਤੋਂ ਬਾਅਦ ਦੂਸਰੀ ਮੀਟਿੰਗ, ਔਰ ਅੱਜ ਦੀ ਮੀਟਿੰਗ ਦੇ ਵਿੱਚ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਡੇਰਾ ਬਿਆਸ ਖੁੱਲ੍ਹ ਕੇ ਕਦੀ ਵੀ ਪੋਲੀਟੀਕਲ ਸਪੋਰਟ ਨਹੀਂ ਕਰਦਾ, ਪਰ ਇਸ ਮੀਟਿੰਗ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਮਾਝੇ ਦੇ ਵਿੱਚ ਤੇ ਮਾਲਵੇ ਦੇ ਕੁਝ ਹਿੱਸੇ ਦੇ ਵਿੱਚ ਡੇਰਾ ਬਿਆਸ ਦਾ ਬਹੁਤ ਤਗੜਾ ਬੇਸ ਮੰਨਿਆ ਜਾ ਰਿਹਾ ਹੈ। ਸਾਡੇ ਨਾਲ ਅੱਜ ਖਾਸ ਤੌਰ ਤੇ ਬੀਜੇਪੀ ਦੇ ਨੈਸ਼ਨਲ ਸਪੋਕਸਪਰਸਨ ਹਰਪ੍ਰੀਤ ਸਿੰਘ ਜੁੜ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਹਰਪ੍ਰੀਤ ਜੀ, ਬਹੁਤ-ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ। ਡੇਰਾ ਫੈਕਟਰ ਬੜਾ ਇੰਪੋਰਟੈਂਟ ਹੁੰਦਾ ਹਰ ਇਲੈਕਸ਼ਨਸ ਦੇ ਵਿੱਚ। ਪੰਜਾਬ ਦੇ ਵੱਡੇ ਡੇਰੇ ਜਿਨ੍ਹਾਂ ਦਾ ਹਰਿਆਣਾ ਦੇ ਵਿੱਚ ਵੀ ਪ੍ਰਭਾਵ ਹੈਗਾ, ਅੱਜ ਦੀ ਇਸ ਮੀਟਿੰਗ ਨੂੰ ਸਮਝਿਆ ਕਿਵੇਂ ਜਾਏ? ਕੀ ਲੱਗ ਰਿਹਾ ਕਿ ਬੀਜੇਪੀ ਨੂੰ ਦੁਬਾਰਾ ਡੇਰਿਆਂ ਦੀ ਸਪੋਰਟ ਦੇ ਵਿੱਚ ਦੇ ਲਈ ਕਿਉਂ ਜਾਣਾ ਪੈ ਰਿਹਾ ਹੈ ਇਸ ਵਾਰੀ? ਕਿਉਂਕਿ ਜਿੰਨੀ ਤੁਹਾਡੀ ਤਾਕਤ, ਜਿੰਨੀ ਤੁਹਾਡੀ ਫੋਰਸ ਲਾਈ ਹੋਈ ਹੈ, ਜ਼ਮੀਨ ਤੇ ਪੈਰ ਲੱਗ ਨਹੀਂ ਰਹੇ। ਕੀ ਗੱਲ ਹੈ? ਨਹੀਂ, ਜ਼ਮੀਨ ਤੇ ਤਾਂ ਪੈਰ ਬਹੁਤ ਜ਼ਿਆਦਾ ਲੱਗੇ ਨੇ। ਤੋ ਨੋਟ ਕਰੋ, ਕਾਂਗਰਸ ਪਾਰਟੀ ਦੇ ਪੂਰੇ ਕੈਂਪੇਨ ਜੋ ਸਾਡੇ ਪ੍ਰਧਾਨ ਮੰਤਰੀ ਜੀ ਬਾਰੇ ਜਾਂ ਸਾਡੀ ਪਾਰਟੀ ਬਾਰੇ ਗੱਲ ਕਰਦੇ ਨੇ, ਉਹਨੇ ਜਿੰਨੇ ਕੈਂਪੇਨ ਦੇਖ ਲਏ, ਨਹੀਂ ਤਾਂ ਸਾਡੇ ਪੈਰ ਜ਼ਿਆਦਾ ਲੱਗੇ ਨੇ, ਐਸੀ ਗੱਲ ਨਹੀਂ। ਪਰ ਕਿਉਂਕਿ ਬਿਆਸ ਜਿਹੜੇ ਬਾਬਾ ਜੀ ਨੇ, ਉਹਨਾਂ ਨੇ ਕਰੋਨਾ ਕਾਲ ਵਿੱਚ ਬੜੀ ਮਦਦ ਕੀਤੀ ਲੋਕਾਂ ਦੀ, ਦੇਸ਼ ਵਿੱਚ ਬੜੀ ਮਦਦ ਕੀਤੀ। ਮੈਂ ਦਿੱਲੀ ਸ਼ਹਿਰ ਵਿੱਚ ਰਹਿੰਦਾ, ਉਹਨੇ ਵੱਡੇ ਵੱਡੇ ਆਪਣੇ ਸਥਾਨ ਦੇ ਦਿੱਤੇ, ਇੱਥੇ ਹਸਪੀਟਲ ਖੋਲੇ ਗਏ, 10,000 ਬੈੱਡ ਦੇ ਹਸਪੀਟਲ ਖੋਲੇ ਗਏ। ਉਹਨਾਂ ਲੱਗਾ ਰਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਦਾ ਅਹਿਸਾਨਮੰਦ ਨਹੀਂ ਇਸ ਗੱਲ ਦਾ, ਅਹਿਸਾਨ ਨਹੀਂ ਮੰਨਦਾ। ਅਸੀਂ ਅਹਿਸਾਨ ਮੰਨਦੇ ਹਾਂ ਕਿ ਦਿੱਲੀ 'ਚ ਬੜਾ ਬਚਾਅ ਕੀਤਾ, ਔਰ ਦਿੱਲੀ 'ਚ ਨਹੀਂ, ਉੱਤਰਾਖੰਡ ਵੀ। ਮੈਂ ਹੁਣੇ ਉੱਤਰਾਖੰਡ ਗਿਆ ਸੀ, ਉੱਥੇ ਵੀ ਉਹਨਾਂ ਬੜੀ ਫੈਸਿਲਿਟੀਜ਼ ਪ੍ਰੋਵਾਈਡ ਕੀਤੀ ਲੋਕਾਂ ਨੂੰ, ਸਰਕਾਰਾਂ ਨੂੰ ਦਿੱਤੀ ਫੈਸਿਲਿਟੀਜ਼ ਆਪਣੀ, ਪਰ ਚਿੰਤਾ ਕੀਤੀ ਕਰੋਨਾ 'ਚ ਲੋਕਾਂ ਦੀ। ਤੇ ਇਸ ਕਰਕੇ ਧੰਨਵਾਦ ਕਰਨ ਤਾਂ ਜਾਣਾ ਹੀ ਬੰਦਾ ਜੀ, ਉਹ ਇਹਨਾਂ ਤੇ ਗੱਲ ਤੇ ਬੰਦੀ। ਅੱਛਾ, ਕਰੋਨਾ ਦੀ ਜਿਹੜੀ ਮਦਦ 6 ਮਹੀਨੇ ਪਹਿਲੇ ਕੀਤੀ ਸੀ, ਹੁਣ ਇਲੈਕਸ਼ਨਸ ਤੋਂ 4 ਦਿਨ ਪਹਿਲੇ ਉਹਦਾ ਧੰਨਵਾਦ ਕਰਨ ਜਾ ਰਹੇ। ਕਿਉਂਕਿ ਅਮਿਤ ਸ਼ਾਹ ਜੀ ਇੱਥੇ ਆਏ ਨੇ, ਉਹਦਾ ਮੌਕਾ ਇੱਕ ਹੈਗਾ, ਇਸ ਮਾਨੇ ਧੰਨਵਾਦ ਦੇਣ ਉਹਨਾਂ ਨੂੰ, ਔਰ ਉਹਨਾਂ ਗੱਲ ਵੀ ਕਰਨ ਬਈ ਅੱਗੇ ਵੀ ਅੱਛਾ ਕੰਮ ਕਰਨ। ਔਰ ਅੱਗਾ ਕੰਮ ਅੱਛਾ ਕਰਦੇ ਹੀ ਨਹੀਂ ਡੇਰੇ ਜਿਹੜੇ ਹੈਗੇ ਨੇ, ਖਾਸ ਕਰਕੇ ਬਿਆਸ ਵਾਲਾ ਜਿਹੜਾ ਡੇਰਾ ਹੈ, ਢਿੱਲੋਂ ਸਾਹਿਬ ਬਹੁਤ ਅੱਛਾ ਕੰਮ ਕਰਦੇ ਨੇ, ਔਰ ਇਮਾਨਦਾਰੀ ਨਾਲ ਕੋਰੋਨਾ ਕਾਲ ਜਿੰਨੀ ਮਦਦ ਇਹਨਾਂ ਨੇ ਕੀਤੀ ਹੈ ਦੇਸ਼। ਉਮੀਦ ਹੈਗੀ ਹੈ ਕਿ ਬੀਜੇਪੀ ਨੂੰ ਸਪੋਰਟ ਮਿਲ ਸਕਦੀ ਹੈ, ਡੇਰੇ ਨੂੰ ਅਮਿਤ ਸ਼ਾਹ ਦੇ ਜਾਣ ਨਾਲ ਕੋਈ ਫਾਇਦਾ ਹੋ ਸਕਦਾ ਪੋਲੀਟੀਕਲੀ? ਦੇਖੋ, ਇਹ ਕੈਲਕੂਲੇਸ਼ਨ ਹੈ। ਦੇਖੋ, ਇਹ ਤੁਹਾਡੀ ਕੈਲਕੂਲੇਸ਼ਨ ਹੈ। ਉਹ ਆਪਣਾ ਸਤਿਕਾਰ ਕਰਕੇ ਜਾ ਰਹੇ ਨੇ ਅਮਿਤ ਸ਼ਾਹ ਜੀ। ਹੁਣ ਉਹਦੇ ਮੀਨਿੰਗਸ ਤੁਹਾਡੇ ਉਹ ਕਹਿੰਦੇ ਪੋਲੀਟੀਕਲ ਐਨਾਲਿਸਟ ਜੋ ਮਰਜ਼ੀ ਕੱਢੀ ਜਾਣ, ਜਿੱਦਾਂ ਮਰਜ਼ੀ ਉਹਨੂੰ ਜਿਸ ਮਰਜ਼ੀ ਪਾਸੇ ਤੋਰੀ ਜਾਣ, ਪਰ ਇੱਕ ਸਤਿਕਾਰ ਕਰਕੇ ਉਹਨਾਂ ਦਾ ਰਿਗਾਰਡ ਹੈਗਾ। ਔਰ ਉਹ ਪਿੱਛੇ ਦਿੱਲੀ ਆਏ ਸਨ, PM ਸਾਹਿਬ ਨੂੰ ਮਿਲ ਕੇ ਗਏ ਸਨ, ਇੱਕ ਕਟਸੀ ਵਿਜ਼ਿਟ ਸੀ,
ਹੁਣ ਅਮਿਤ ਸ਼ਾਹ ਜੀ ਇੱਥੇ ਆਏ ਤੇ ਉਹ ਇੱਕ ਕਰਸੀ ਵਿਜ਼ਿਟ ਉਹਨਾਂ ਕੋਲ ਵੀ ਹੈ ਜੀ। ਤੇ ਇਹਦੇ 'ਚ ਤੁਸੀਂ ਕੋਈ ਪੋਲੀਟੀਕਲ ਇਹਦੇ 'ਚ ਆਬਜੈਕਟਿਵ ਇਹ ਕਟਸੀ ਵਿਜ਼ਿਟ ਜਿਹੜੀ ਡੇਰਾ ਬਿਆਸ ਕਰ ਰਹੇ, ਇਹ ਕਟਸੀ ਵਿਜ਼ਿਟ ਡੇਰਾ ਸੱਚਾ ਸੌਦਾ ਵੀ ਹੋਏਗੀ? ਕਿਉਂਕਿ ਪੰਜਾਬ ਦੇ ਵਿੱਚ ਇੱਕ ਨੈਰੇਟਿਵ ਇਹ ਹੈਗਾ ਕਿ ਬਾਬੇ ਨੂੰ ਜਿਹਨੂੰ 4 ਸਾਲ ਤੱਕ ਪੈਰੋਲ ਨਹੀਂ ਮਿਲੀ, ਇਲੈਕਸ਼ਨ ਆਉਣ ਵਾਲੇ ਸੀਗੇ, ਬੀਜੇਪੀ ਨੇ ਫਰਲੋ ਦੇ ਕੇ ਬਾਹਰ ਕਰ ਦਿੱਤਾ। 26-27 ਸੀਟਾਂ ਤੇ ਪ੍ਰਭਾਵ ਹੈਗਾ ਡੇਰੇ ਦਾ, ਜਿਸ ਦੇ ਵਿੱਚ ਮਾਲਵੇ ਤੇ ਕੁਝ ਦੁਆਬੇ ਮਾਝੇ ਦੇ ਵਿੱਚ ਵੀ ਆ ਜਾਂਦੀਆਂ ਨੇ। ਇਸ ਨੂੰ ਲੈ ਕੇ ਬੀਜੇਪੀ ਕੀ ਸੋਚਦੀ ਹੈ? ਜਿਹੜਾ ਇਹ ਪਰਸੈਪਸ਼ਨ ਜਾ ਰਹੀ ਹੈ ਇਲੈਕਸ਼ਨਸ ਦੇ ਵਿੱਚ, ਪਰਸੈਪਸ਼ਨ ਹੀ ਉੱਪਰ ਥੱਲੇ ਕਰਨਾ ਸਾਰਾ ਕੁਝ ਹੁੰਦਾ। ਦੇਖੋ ਜਿਹੜੀ ਫਰਲੋ ਮਿਲਦੀ ਉਹ ਸਰਕਾਰਾਂ ਨੇ ਦਿੰਦੀ ਹੈ, ਉਹ ਕੋਰਟ ਦਿੰਦੀ ਹੈ। ਉਹ ਭਾਈ ਕੋਰਟ ਆਰਡਰ ਹੋਇਆ, ਕੋਰਟ ਨੂੰ ਲੱਗਦਾ ਵੀ ਰੀਜ਼ਨੇਬਲ ਗੱਲ ਹੈਗੀ ਹੈ ਜਿਹਦੇ ਕਰਕੇ ਫਰਲੋ ਚਾਹੀਦੀ ਹੈ, ਜਿਹਦੇ ਕਰਕੇ ਪੇਰੋਲ ਚਾਹੀਦੀ ਹੈ, ਕੋਰਟ ਆਰਡਰ ਕਰਦੀ ਹੈ ਜੀ। ਕੋਰਟ ਨੇ ਆਰਡਰ ਕਰਨਾ ਆਰਪੀ ਸਿੰਘ ਜੀ ਲੋਕਲ ਐਡਮਿਨਿਸਟ੍ਰੇਸ਼ਨ ਦੇ ਰਿਪੋਰਟ ਦੇ ਉੱਤੇ। ਮੰਨ ਗੱਲ ਮੈਂ ਤੁਹਾਡੀ ਮੈਂ ਉੱਥੇ ਵੀ ਆਂਦਾ, ਲੋਕਲ ਐਡਮਿਨਿਸਟ੍ਰੇਸ਼ਨ ਰਿਪੋਰਟ ਤੇ ਨਹੀਂ, ਪਰ ਅਲਟੀਮੇਟਲੀ ਉਹਦਾ ਫੈਸਲਾ ਕੌਣ ਕਰਦਾ ਹੈ ਜੀ? ਅਲਟੀਮੇਟਲੀ ਫੈਸਲਾ ਕੋਰਟ ਕਰਦੀ ਹੈ ਜੀ। ਲੋਕਲ ਐਡਮਿਨਿਸਟ੍ਰੇਸ਼ਨ ਨੇ ਆਖਿਆ ਵੀ ਇਹਨਾਂ ਦੇ ਕਿਸੇ ਦੀ ਕੋਈ ਡੈਥ ਹੋ ਗਈ ਹੈ, ਉੱਥੇ ਉਹਨਾਂ ਜਾਣਾ ਚਾਹੁੰਦੇ ਨੇ ਜਾਨ ਜੀ, ਉਹ ਹੁਣ ਕੋਰਟ ਫੈਸਲਾ ਕਰੇ ਕਿ ਉਹ ਉਹਨਾਂ ਨੂੰ ਉਸ ਕਾਰਨ ਛੂਟ ਦਿੱਤੀ ਜਾਂ ਨਾ ਦਿੱਤੀ ਜਾਏ, ਉਹ ਐਡਮਿਨਿਸਟ੍ਰੇਸ਼ਨ ਹੱਥ ਨਹੀਂ ਹੈਗੀ ਗੱਲ। ਪਰ ਜਿਹੜੀ ਅਸਲੀ ਗੱਲ ਹੈਗੀ ਹੈ, ਅੱਜ ਜਿਹੜੇ ਬਿਆਸ ਜਾ ਰਹੇ ਨੇ ਉਹ ਸੱਚਮੁੱਚ ਇਹ ਹੈਗਾ ਕਿ ਜਿਹੜਾ ਕੰਮ ਅੱਛਾ ਕੰਮ ਕਰ ਰਹੇ ਨੇ ਉਹਦਾ ਇੱਕ ਰਿਗਾਰਡ ਹੈ, ਔਰ ਅੱਛੀ ਗੱਲ ਹੈ, ਮਿਲਣਾ ਚਾਹੀਦਾ ਅੱਛੇ ਸੰਤਾਂ ਲੋਕਾਂ ਨੂੰ, ਜਾਂ ਇਹੋ ਜਿਹੇ ਲੋਕ ਜਿਹੜੇ ਪ੍ਰਭਾਵਸ਼ਾਲੀ ਸਮਾਜ ਵਿੱਚ ਹੈਗੇ ਨੇ, ਪਰ ਇਲੈਕਸ਼ਨ ਜਾ ਕੇ ਮਿਲਣਾ ਹੀ ਚਾਹੀਦਾ। ਕੋਈ ਮਾੜੀ ਗੱਲ ਨਹੀਂ ਹੈਗੀ, ਇਹਦੀ ਕਿਉਂ ਅਸੀਂ ਅਦੇਸ਼ਾ ਲੈਂਦੇ ਗੱਲ ਨੂੰ? ਕੀ ਲੱਗਦਾ ਹੈਗਾ ਬੀਜੇਪੀ ਦੇ ਇਸ ਅਹਿਸਾਨ ਦਾ ਕੁਝ ਡੇਰਾ ਸੱਚਾ ਸੌਦਾ ਵਾਲਾ ਸੰਤ ਕੁਝ ਮੁੱਲ ਚੁਕਾਏਗਾ? ਸਾਡਾ ਕੋਈ ਸੰਪਰਕ ਨਹੀਂ, ਸਾਡੇ ਨਾਲ ਕੋਈ ਸੰਵਾਦ ਨਹੀਂ, ਔਰ ਸਾਨੂੰ ਪਤਾ ਨਹੀਂ ਉਹ ਕੀ ਕਰੇ ਕੀ ਨਹੀਂ ਕਰੇ, ਉਹਦਾ ਕੰਮ ਆਪਣੀ ਜਗ੍ਹਾ ਹੈ। ਉਹ ਕੋਰਟ ਦਾ ਮਾਮਲਾ ਉਹਦਾ ਚੱਲਦਾ ਪਿਆ। ਬੀਜੇਪੀ ਦੇ ਲੀਡਰ ਡੇਰਾ ਸੱਚਾ ਸੌਦਾ ਵਾਲੇ ਕੋ ਵੋਟਾਂ ਲੈਣ ਜਾਣਗੇ? ਕਾਂਗਰਸ ਦੇ ਕੁਝ ਲੀਡਰ ਗਏ ਨੇ? ਜਾ ਸਕਦੇ ਨੇ, ਕਾਂਗਰਸ ਦੇ ਲੀਡਰ ਜਾ ਸਕਦੇ, ਸਾਡੇ ਲੀਡਰ ਹਾਲੇ ਤੱਕ ਨਹੀਂ ਗਏ, ਨਾ ਜਾਣ ਨਹੀਂ ਜਾਣਗੇ। ਪਰ ਇਹਦਾ ਜਿਹੜਾ ਸਿੱਖ ਜਥੇਬੰਦੀਆਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਉਹਦਾ ਹੱਲ ਕੀ ਹੈਗਾ ਬੀਜੇਪੀ ਦੇ ਕੋਲੇ? ਸਿੱਖ ਜਥੇਬੰਦੀ ਨਾਰਾਜ਼ਗੀ ਤਾਂ ਅੱਛੀ ਹੁੰਦੀ ਜਦੋਂ ਜਿਹੜਾ 93 ਲੱਖ ਰੁਪਇਆ ਗੁਰਦੁਆਰਾ ਕਮੇਟੀ ਦਾ ਡੇਰੇ ਦੇ ਜਦ ਮਾਫੀ ਦੇ ਨਾਮ ਤੇ ਐਡ ਦਿੱਤਾ ਸੀ ਅਖਬਾਰਾਂ 'ਚ, ਉਹ ਵਾਪਸੀ ਲੈ ਕੇ ਦਿੰਦੇ ਜੀ ਜਿਹਨਾਂ ਨੇ ਐਡ ਦਿੱਤਾ ਸੀ। ਅੱਛਾ ਹੁੰਦਾ ਜਥੇਬੰਦੀ ਇਸ ਗੱਲ ਦਾ ਧਰਨਾ ਪ੍ਰਦਰਸ਼ਨ ਕਰਦੀ, ਇਸ ਗੱਲ ਤੇ ਕੋਈ ਘੇਰਾਬੰਦੀ ਕਰਦੀ। 10-10 ਰੁਪਏ, 50-50 ਰੁਪਏ, 100-100 ਰੁਪਏ ਸੰਗਤ ਗੁਰੂ ਘਰ ਦਿੰਦੀ ਹੈ, ਆਪਣੇ ਗੁਰੂ ਘਰ ਨਿਮਾਣਤਾ ਨਾਲ ਜਾ ਕੇ ਅਰਦਾਸਾਂ ਕਰਾਉਂਦੀ ਹੈ। ਉਹ ਪੈਸਾ ਤੁਸੀਂ ਸੰਗਤ ਦਾ ਪੈਸਾ, ਉਹ ਜੋ 93 ਲੱਖ ਰੁਪਇਆ ਡੇਰੇ ਦੀ ਮਾਫੀ ਦੇ ਐਡ ਤੇ ਖਰਚਾ, ਜਿਸ ਮਾਫੀ ਦਿੱਤੀ ਐਡ ਕੱਢਿਆ ਗਿਆ, ਤੇ ਉਹਦੀ ਗੱਲ ਕਰਨ ਨਾਰਾਜ਼ਗੀ ਉੱਥੇ ਕੱਢੀ। ਉਸ ਸਮੇਂ ਪੰਜਾਬ ਦੇ ਵਿੱਚ ਤੁਸੀਂ ਭਾਈਵਾਲ ਸੀਗੇ ਬੀਜੇਪੀ, ਜਿਸ ਸਮੇਂ ਡੇਰੇ ਵਾਲੇ ਨੂੰ ਮਾਫੀ ਮਿਲੀ ਤੇ ਐਡ ਨਿਕਲੀ, ਉਸ ਸਮੇਂ ਬੀਜੇਪੀ ਦੇ ਲੀਡਰਾਂ ਨੇ ਗੱਲ ਕਿਉਂ ਨਹੀਂ ਕੀਤੀ ਵੀ ਇਹ ਗਲਤ ਹੋ ਗਿਆ? ਕਿਰਪਾ ਕਰਕੇ ਤੁਸੀਂ ਮੇਰੇ ਬਿਆਨ ਤਦ ਦੇ ਵੀ ਪੜ੍ਹ ਲੈਣੇ, ਮੇਰੇ ਬਿਆਨ ਤਦ ਵੀ ਹੈਗੇ ਸਨ ਕਿ ਇਹ ਗੱਲ ਪੰਜਾਬ ਬੀਜੇਪੀ ਦੀ ਗੱਲ ਕਰਦਾ ਮੈਂ ਵੀ ਪੰਜਾਬ ਦਾ ਹੀ ਹਾਂ, ਤੇ ਉਹ ਮੇਰੇ ਬਿਆਨ ਤਦ ਵੀ ਹੈਗੇ ਸਨ। ਮੈਂ ਲਗਾਤਾਰ ਇਹ ਗੱਲ ਆਖੀ ਕਿ ਜਿਹੜਾ ਗੁਰੂ ਦੀ ਗੋਲਕ ਦਾ ਪੈਸਾ ਸੱਚੇ ਸੌਦੇ ਦਾ ਜਿਹੜਾ ਸਾਧ ਹੈ ਉਹਨੂੰ ਮਾਫੀ ਦੇ ਕਰਕੇ ਤੁਸੀਂ ਐਡ ਦੇਤਾ, ਉਹ ਗਲਤ ਹੈ। ਮੈਂ ਤੇ ਉਸ ਵੇਲੇ ਜਿਹੜਾ ਐਸਜੀਪੀਸੀ ਪ੍ਰਧਾਨ ਸੀ, ਮੈਂ ਕਿਹਾ ਇਹਨਾਂ ਦੇ ਖਿਲਾਫ ਮੁਕੱਦਮਾ ਵੀ ਚੱਲਣਾ ਚਾਹੀਦਾ ਜੀ, ਉਹ ਨਹੀਂ ਰਹੇ ਦੁਨੀਆ 'ਚ, ਅਲੱਗ ਗੱਲ ਹੈ। ਪਰੰਤੂ ਮੈਂ ਤੇ ਉਸ ਮੁਕੱਦਮੇ ਦੀ ਗੱਲ ਵੀ ਕੀਤੀ ਸੀ। ਇਸ ਕਰਕੇ ਸਾਡੇ ਵੱਲੋਂ ਬੜੀ ਕਲੈਰਿਟੀ ਹੈ ਕਿ ਠੀਕ ਹੈ, ਉਹਨਾਂ ਦੀ ਕਾਲਿੰਗ ਹੋਏਗੀ, ਉਹਨਾਂ ਲੋਕੀ ਹੋਣਗੇ, ਉਹ ਆਪਣਾ ਫੈਸਲਾ ਜੋ ਮਰਜ਼ੀ ਕਰਨ, ਉਹ ਲੋਕੀ ਹਰ ਆਦਮੀ ਨੂੰ ਆਪਣਾ ਵੋਟ ਪਾਉਣ ਦਾ ਹੱਕ ਹੈ, ਔਰ ਉਹਨਾਂ ਨੂੰ ਇਨਫਲੂਐਂਸ ਕਰਨ ਦਾ ਵੀ ਦੂਜੀ ਪਾਰਟੀਆਂ ਨੂੰ, ਦੂਜੇ ਲੋਕਾਂ ਨੂੰ ਹੱਕ ਹੈ, ਉਹ ਆਪਣੀ ਜਗ੍ਹਾ ਕਰਨ। ਸਾਰੇ ਪੋਲੀਟੀਕਲ ਪਾਰਟੀ ਦੇ ਲੀਡਰਸ ਜਾਂਦੇ ਰਹੇ ਨੇ, ਸੁਖਬੀਰ ਸਿੰਘ ਬਾਦਲ ਸਾਰੇ ਜਾ ਕੇ ਉੱਥੇ ਮੱਥਾ ਵੀ ਦੇਖਦੇ ਰਹੇ ਨੇ, ਠੀਕ ਹੈ, ਉਹਨਾਂ ਦੀ ਰਾਜਨੀਤੀ ਹੈ। ਪਰ ਅੱਜ ਜਿਹੜਾ ਅਮਿਤ ਸ਼ਾਹ ਜੀ ਮਿਲਦੇ ਨੇ ਉਹ ਇੱਕ ਕਰਟਸੀ ਵਿਜ਼ਿਟ ਹੈ, ਇਸ ਕਰਕੇ ਕਿਉਂਕਿ ਦੱਸਿਆ ਕਿ ਬੜਾ ਅੱਛਾ ਕੰਮ ਉਹਨਾਂ ਨੇ ਕਰੋਨਾ ਕਾਲ ਵਿੱਚ ਕੀਤਾ, ਤੇ ਆਏ ਨੇ ਇਸ ਕਰਕੇ ਕਰਟਸੀ ਵਿਜ਼ਿਟ, ਕਿਉਂਕਿ ਜਿਹੜਾ ਦਿੱਲੀ ਦਾ ਪੂਰਾ ਸੈਟਅਪ ਤਿਆਰ ਕੀਤਾ ਸੀ ਉਹ ਅਮਿਤ ਸ਼ਾਹ ਜੀ ਦੀ ਨਿਗਰਾਨੀ 'ਚ ਹੋਇਆ ਸੀ। ਜਦ ਅਰਵਿੰਦ ਕੇਜਰੀਵਾਲ ਨੇ ਹੱਥ ਖੜੇ ਕਰਤੇ ਸਨ ਔਰ ਜਾ ਕੇ ਗੋਡੇ ਪੈ ਗਿਆ ਸੀ ਕਿ ਮੈਨੂੰ ਕਿਰਪਾ ਕਰਕੇ ਦਿੱਲੀ ਬਚਾਓ, ਮੇਰੇ ਵਾਸਤੇ ਨਹੀਂ ਦਿੱਲੀ ਬਚਾਉਣਾ, ਤੇ ਅਮਿਤ ਸ਼ਾਹ ਜੀ ਨੇ ਇੰਟਰਵਿਊ ਕੀਤਾ ਸੀ। ਉਹਨਾਂ ਨੂੰ ਸ਼ਾਇਦ ਯਾਦ ਹੋਵੇ, ਦਿੱਲੀ 'ਚ ਇੱਕ ਹਸਪੀਟਲ LNJP, ਉਹਦੀ ਦੁਰਦਸ਼ਾ ਸੀ, ਇੱਕ ਬੈੱਡ ਤੇ 4-4 ਲੋਕੀ ਪਏ ਸਨ, ਕੋਰੀਡੋਰ 'ਚ ਲਾਸ਼ਾਂ ਪਈਆਂ ਸਨ, ਤੇ ਦਿੱਲੀ ਸਰਕਾਰ ਦਾ ਹਸਪੀਟਲ ਹੈ, ਦਿੱਲੀ ਸਰਕਾਰ ਦਾ ਇੱਕ ਵੀ ਆਦਮੀ ਨਹੀਂ ਗਿਆ, ਇਵਨ ਕੇਜਰੀਵਾਲ ਵੀ ਉਸ ਹਸਪੀਟਲ ਨਹੀਂ ਗਿਆ। ਇਹ ਅਮਿਤ ਸ਼ਾਹ ਜੀ ਸਨ, ਉਸ ਹਸਪੀਟਲ ਗਏ, ਉੱਥੇ ਸਾਰੀ ਚਿੰਤਾ ਕੀਤੀ,
ਔਰ ਸਾਰਾ ਮਾਹੌਲ ਠੀਕ ਕੀਤਾ ਉੱਥੇ ਦਾ ਔਰ ਹਸਪੀਟਲ ਨੂੰ ਬਿਲਕੁਲ ਸੁਚਾਰੂ ਰੂਪ ਨਾਲ ਠੀਕ ਕੀਤਾ। ਉਸ ਤੋਂ 10,000 ਬੈੱਡ ਦਾ ਫਿਰ ਵਾਪਸ ਇੱਕ ਅਰੇਂਜਮੈਂਟ ਕਰਕੇ ਦਿੱਤਾ, ਜਿੱਥੇ ਬਿਆਸ ਵਾਲੇ ਜਿਹੜੇ ਸੰਤ ਨੇ ਇਹਨਾਂ ਨੇ ਉਹਦੀ ਚਿੰਤਾ ਕੀਤੀ। ਤੇ ਉਸ ਟਾਈਮ ਦੀ ਗੱਲ ਹੈਗੀ ਹੈ। ਪਿਛਲੇ ਦਿਨੀ ਜਦੋਂ ਅਮਿਤ ਸ਼ਾਹ ਪੰਜਾਬ ਆਏ, ਉਹਨਾਂ ਨੇ ਰੈਲੀ ਦੇ ਵਿੱਚ ਜ਼ਿਕਰ ਕੀਤਾ, ਬੀਜੇਪੀ ਦੇ ਹੋਰ ਲੀਡਰ ਵੀ ਜ਼ਿਕਰ ਕੀਤੇ ਕਿ ਧਰਮ ਪਰਿਵਰਤਨ ਨੂੰ ਲੈ ਕੇ ਕਾਨੂੰਨ ਆਏਗਾ ਪੰਜਾਬ ਦੇ ਵਿੱਚ ਵੀ, ਜਿਸ ਤਰ੍ਹਾਂ ਦੂਸਰੀਆਂ ਸਟੇਟਸ ਦੇ ਵਿੱਚ ਆਇਆ। ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਬੀਜੇਪੀ ਪੰਜਾਬ ਦੇ ਵਿੱਚ ਕਮਿਊਨਲ ਪੋਲਿਟਿਕਸ ਕਰ ਰਹੀ ਹੈ, ਆਪਸੀ ਭਾਈਚਾਰੇ ਨੂੰ ਲੜਾਉਣਾ ਚਾਹੁੰਦੀ ਹੈ। ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ ਹਮੇਸ਼ਾ ਬਰਕਰਾਰ ਰਹੀ ਹੈ, ਬੀਜੇਪੀ ਹੁਣ ਇਕੱਲਿਆਂ ਆ ਰਹੀ ਹੈ ਤੇ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਕਰ ਰਹੀ ਹੈ। ਸੁਖਬੀਰ ਸਿੰਘ ਬਾਦਲ ਵੋਟ ਬੈਂਕ ਦੀ ਰਾਜਨੀਤੀ ਕਰ ਰਹੇ ਨੇ। ਕਿਰਪਾ ਕਰਕੇ ਮੇਰੇ ਟਵਿੱਟਰ ਹੈਂਡਲ ਤੇ ਚਲੇ ਜਾਓ। ਮੈਂ ਜਿਸ ਦਿਨ ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਸਾਡੇ ਧਰਮ ਦੇ ਮਾਮਲੇ 'ਚ ਇੰਟਰਫੇਰੈਂਸ ਹੋ ਰਹੀ, ਮੈਂ ਉਸ ਦਿਨ ਬੀਬੀ ਜਗੀਰ ਕੌਰ ਨੂੰ ਓਪਨ ਨਹੀਂ ਆਖਿਆ ਸੀ ਕਿ ਕਿਰਪਾ ਕਰਕੇ ਦੱਸੋ ਕਿ ਕਦੀ ਕਿਸੇ ਹਿੰਦੂ ਨੇ ਕਿਸੇ ਸਿੱਖ ਨੂੰ ਹਿੰਦੂ ਬਣਾਇਆ? ਮੇਰਾ ਚਾਹ ਨਹੀਂ ਜਾ, ਔਰ ਮੈਂ ਤੁਹਾਡੇ ਥਰੂ ਵੀ ਕਹਿ ਰਿਹਾ ਜੀ, ਇੱਕ ਹਿੰਦੂ ਦੱਸ ਦਿਓ, ਇੱਕ ਸਿੱਖ ਦੱਸ ਦਿਓ ਜਿਹਨੂੰ ਕਿਸੇ ਹਿੰਦੂ ਨੇ ਹਿੰਦੂ ਬਣਾਇਆ। ਇਹ ਤੇ ਸਾਡੀ ਤੇ ਪਾਈਪਲਾਈਨ ਸੀ ਹੈ। ਹਰ ਪਰਿਵਾਰ ਵਿੱਚ ਪਹਿਲਾ ਬੱਚਾ ਸਿੱਖ ਹੁੰਦਾ ਸੀ। ਜਿਹਨਾਂ ਨੇ ਜਿਹੜੀ ਕਨਵਰਜਨ ਨਹੀਂ ਉੱਤੇ ਗੱਲ ਨਹੀਂ ਕਰਦੇ। ਅੰਕੁਰ ਚਾਵਲਾ ਦਾ ਜਿਹੜਾ ਪਾਸਟਰ ਹੈ ਉਹ ਤਾਂ ਔਨ ਰਿਕਾਰਡ ਵੀਡੀਓ ਹੈ, ਕਹਿੰਦਾ ਅਸੀਂ 20% ਕਨਵਰਟ ਕਰ ਚੁੱਕੇ ਹਾਂ। ਕਿਰਪਾ ਕਰਕੇ ਮੇਰੇ ਟਵਿੱਟਰ ਹੈਂਡਲ ਜਾ ਕੇ ਵੇਖ ਲਓ ਜੀ ਉਹਦਾ ਵੀਡੀਓ। ਉਹਦੇ ਬਾਰੇ ਗੱਲ ਨਹੀਂ ਕਰਦੇ। ਜਦ ਅਸੀਂ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕੀਤਾ ਔਰ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਘਰ ਵਾਪਸੀ ਵਾਸਤੇ, ਜਿਵੇਂ ਜਿਹੜੇ ਸਿੱਖ ਕਨਵਰਟ ਹੋ ਗਏ ਨੇ ਉਹਨੂੰ ਘਰ ਵਾਪਸੀ ਲੈ ਕੇ ਆਓ। ਅਸੀਂ ਘੱਟ ਗਿਣਤੀ ਵਿੱਚ ਬਹੁਤ ਘੱਟ ਗਿਣਤੀ ਦੇ ਹਾਂ। ਵੀ ਆਰ ਅ ਡਿਮਿਨਿਸ਼ਿੰਗ ਨੈਗਲੀਜੀਬਲ ਮਾਈਨੋਰਿਟੀ। ਉਹਨਾਂ ਨੂੰ ਕਨਵਰਟ ਕਰਨ ਤੇ ਲੱਗੇ ਜੀ। ਅੱਜ ਵੀਡੀਓ ਰਿਗਾਰਡਸ ਪਿਛਲੇ 5 ਸਾਲਾਂ 'ਚ ਜਿੰਨੇ ਚਰਚ ਪੰਜਾਬ ਵਿੱਚ ਬਣੇ ਨੇ, ਇਹਨੇ ਕਦੇ ਬਣੇ ਸੀ ਚਰਚ? ਤੁਹਾਡੇ ਜ਼ਿਲ੍ਹੇ ਦੇ ਲਾਗੇ ਜਿਹੜਾ ਸਭ ਤੋਂ ਵੱਡਾ ਚਰਚ ਬਣ ਰਿਹਾ ਪੂਰੇ ਇੰਡੀਆ ਦਾ, ਤੁਸੀਂ ਸੋਚਿਆ ਸੀ ਕਦੇ? ਬਈ ਤੁਸੀਂ ਕਨਵਰਟ ਕਰ ਰਹੇ ਹੋ ਇੱਕ ਘੱਟ ਗਿਣਤੀ ਨੂੰ, ਉਹਦੇ ਬਾਰੇ ਸੁਖਬੀਰ ਸਾਹਿਬ ਬਾਦਲ ਬੋਲੇਗਾ ਨਹੀਂ ਕਿਤੇ ਵੀ, ਕਿਉਂਕਿ ਜਿਹੜਾ ਕੰਮ ਜਿਹੜੀ ਗੁਰਦੁਆਰਾ ਕਮੇਟੀ ਉਹ ਕੰਟਰੋਲ ਕਰਦੇ ਨੇ, ਰਿਮੋਟ ਕੰਟਰੋਲ ਚਲਾਉਂਦੇ ਨੇ, ਇਹ ਉਹਦੀ ਡਿਊਟੀ ਹੈ। ਜਦ ਅਸੀਂ ਹੱਲਾ ਕੀਤਾ ਤੇ ਉਹਨਾਂ ਦੀ ਕੁਝ ਹਲਚਲ ਹੋਣੀ ਸ਼ੁਰੂ ਹੋਈ। ਉਹਨੇ ਕਹਿਣਾ ਸ਼ੁਰੂ ਕੀਤਾ ਨਹੀਂ ਅਸੀਂ ਵੀ ਕੰਮ ਕਰਾਂਗੇ। ਉਹਨਾਂ ਕੁਝ ਆਪਣੇ ਪ੍ਰਚਾਰਕ ਲਾਏ ਪਿੰਡ ਪਿੰਡ ਜਾਣ ਵਾਸਤੇ, ਪਰ ਫੈਕਟ ਤੁਸੀਂ ਇੰਨੇ ਸਾਲ ਅਲਾਉ ਕੀਤਾ ਹੋਣ ਵਾਸਤੇ ਕਿਉਂ ਹੋਇਆ? ਪਰ ਜਿਸ ਸਮੇਂ ਤੁਹਾਡੀ ਸਰਕਾਰ ਆਈ ਸੀ ਉਸ ਸਮੇਂ ਇੱਕ ਘਰ ਵਾਪਸੀ ਵਾਲੀ ਇੱਕ ਮੁਹਿੰਮ ਜੀ ਸ਼ੁਰੂ ਕੀਤੀ ਸੀ, ਉਹ ਫਿਰ ਬੰਦ ਹੋ ਗਈ। ਉਹ ਫਿਰ ਕਿਉਂ ਬੰਦ ਹੋਈ? ਉਸ ਸਮੇਂ ਬੰਦ ਨਹੀਂ ਹੋਈ ਜੀ, ਬਿਲਕੁਲ ਤੁਹਾਨੂੰ ਗਲਤਫਹਿਮੀ ਹੈ। ਪਬਲਿਸਾਈਜ਼ ਨਹੀਂ ਹੋ ਰਹੀ, ਕੰਮ ਹੋ ਰਿਹਾ। ਘਰ ਵਾਪਸੀ ਦਾ ਕੰਮ ਅੱਜ ਵੀ ਹੋ ਰਿਹਾ ਔਰ ਆਰਐਸਐਸ ਕਰ ਰਿਹਾ। ਜਿਹੜੇ ਸਿੱਖ ਕ੍ਰਿਸਚੀਅਨ ਕਨਵਰਟ ਕਰਕੇ ਉਹਨਾਂ ਨੂੰ ਵਾਪਸ ਸਿੱਖੀ ਵੱਲ ਤੋੜਨ ਦਾ ਕੰਮ ਆਰਐਸਐਸ ਕਰ ਰਿਹਾ। ਕੰਮ ਐਸਜੀਪੀਸੀ ਦਾ ਸੀ, ਉਹ ਅੱਜ ਵੀ ਹੋ ਰਿਹਾ। ਪਰ ਕਿਉਂਕਿ ਉਸ ਵੇਲੇ ਪਬਲਿਸਾਈਜ਼ ਹੋ ਗਿਆ, ਉਹਦਾ ਨੁਕਸਾਨ ਹੋਇਆ ਕੰਮ ਹੁੰਦਾ। ਉਹ ਕੰਮ ਅੱਜ ਵੀ ਹੋ ਰਿਹਾ ਔਰ ਲਗਾਤਾਰ ਹੋ ਰਿਹਾ। ਜਿਸ ਸਮੇਂ ਜੇ ਤੁਹਾਡੀ ਸਰਕਾਰ ਆਂਦੀ ਹੈ, ਫਿਰ ਜਿਹੜੇ ਤੁਸੀਂ ਚਰਚਿਸ ਦੀ ਜਾਂ ਜਿਹੜੇ ਇਹਨਾਂ ਦੇ ਧਰਮ ਪਰਿਵਰਤਨ ਕਰਵਾਉਣ ਵਾਲੇ ਨੇ, ਇਹਨਾਂ ਦੀ ਗੱਲ ਕਰ ਰਹੇ ਹੋ, ਫਿਰ ਕਿਆ ਇਹਨਾਂ ਦੇ ਖਿਲਾਫ ਐਕਸ਼ਨ ਲਿਓਗੇ? ਨਹੀਂ, ਕਾਨੂੰਨ ਆਏਗਾ। ਫੋਰਸੇਬਲ ਔਰ ਲੂਅਰਮੈਂਟ, ਮਤਲਬ ਧੱਕੇ ਨਾਲ ਲਾਲਚ ਦੇ ਕੇ ਕਨਵਰਜਨ ਨਹੀਂ ਹੁੰਦਾਂਗੇ। ਇਹਦੇ ਪੈਰਾਮੀਟਰ ਕਿਵੇਂ ਤੈਅ ਕਰੋਗੇ ਕਿ ਇਹ ਲਾਲਚ ਹੋਇਆ ਜਾਂ ਕੀ ਹੋਇਆ? ਕਾਨੂੰਨ ਆਏਗਾ ਨਾ, ਉਹ ਬਾਕੀ ਸਟੇਟ ਵਿੱਚ ਕਾਨੂੰਨ ਹੈਗੇ ਨੇ, ਉਹ ਸਟੇਟ ਦੇ ਕਾਨੂੰਨ ਇੱਥੇ ਵੀ ਉਹ ਆਮ ਤੌਰ ਤੇ ਇਹ ਹੈ ਆਰਪੀ ਸਿੰਘ ਜੀ ਕਿ ਕਿਸੇ ਨੂੰ ਵੀ ਕੋਈ ਵੀ ਧਰਮ ਮੰਨਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਕਿਉਂ ਇੱਕ ਰੰਗ ਦੇ ਵਿੱਚ ਰੰਗ ਦਿੱਤਾ ਜਾਏ ਸਾਰਿਆਂ ਨੂੰ? ਜਿਹਨੂੰ ਜਿਹੜਾ ਧਰਮ ਚੰਗਾ ਲੱਗਦਾ ਉਹ ਮੰਨ ਲੇ, ਇਹਦੇ 'ਚ ਇਤਰਾਜ਼ ਕੀ ਹੈ? ਮੰਨੋ ਨਾ ਜੀ, ਪਰ ਇਹ ਕਹਿ ਕੇ ਮੈਂ ਤੁਹਾਡੇ ਬੱਚੇ ਨੂੰ ਕੈਨੇਡਾ ਭੇਜਦਾ, ਤੁਹਾਨੂੰ ਵੀਡੀਓ ਭੇਜ ਦਾਂਗਾ, ਤੁਹਾਡੇ ਬੱਚੇ ਨੂੰ ਕੈਨੇਡਾ ਭੇਜ ਦਾਂਗਾ, ਤੇਰਾ ਇਲਾਜ ਕਰਾ ਦਾਂਗਾ, ਤੇਰੇ ਬੱਚੇ ਸਕੂਲ ਦੀ ਫੀਸ ਦੇ ਦਾਂਗਾ। ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ। ਇਹ ਤੇ ਪਿਓਰ ਕਨਵਰਜਨ ਹੈ। ਇਹ ਤੇ ਕਨਵਰਜਨ ਬਾਈ ਲਿਓਰਮੈਂਟ ਹੈ। ਇਹ ਕਿੱਥੇ ਅਲਾਉਡ ਹੈ? ਇਹ ਕਿਹੜਾ ਧਰਮ ਕਹਿੰਦਾ ਤੁਸੀਂ ਦੂਜੇ? ਅਸੀਂ ਕਹਿੰਦੇ ਸਾਡੇ ਵਾਸਤੇ ਸਾਰੇ ਧਰਮਾਂ ਦੇ ਰਸਤੇ ਖੁੱਲੇ ਨੇ। ਅਸੀਂ ਕਹਿੰਦੇ ਅਸੀਂ ਸਾਰੇ ਧਰਮ ਨੂੰ ਬਰਾਬਰ ਮੰਨਦੇ ਹਾਂ। ਸਭ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਸਾਰੇ ਧਰਮ ਸਭ ਬਰਾਬਰ ਨੇ ਜੀ। ਅਵਲ ਅੱਲਾ ਨੂਰ ਪਾਇਆ, ਇਹ ਬਾਣੀ 'ਚ ਲਿਖਿਆ। ਤੇ ਪਰ ਲਿਓਰਮੈਂਟ ਨਾਲ ਨਹੀਂ ਹੋ ਸਕਦਾ ਜੀ। ਇੱਥੇ ਕਾਨੂੰਨ ਹੈਗੇ ਨੇ ਆਲਰੇਡੀ, ਦੇਸ਼ ਦੇ ਅਲੱਗ-ਅਲੱਗ ਸਟੇਟ ਦੇ ਕਾਨੂੰਨ ਹੈਗੇ ਨੇ। ਉਹ ਕਾਨੂੰਨ ਦੇਖਾਂ ਕਿਹੜਾ ਬੈਸਟ ਅੱਛਾ ਲਾਗੂ ਹੋ ਸਕਦਾ ਹੈ, ਕਿਉਂਕਿ ਹਰ ਕੀਮਤ ਤੇ ਅਸੀਂ ਬਾਰਡਰ ਸਟੇਟ ਹਾਂ ਔਰ ਬਾਰਡਰ ਸਟੇਟ ਵਿੱਚ ਇਹੋ ਜਿਹੀ ਸ਼ਰਾਰਤ ਨਹੀਂ ਹੋ ਸਕਦੀ। ਪੰਜਾਬ ਦੇ ਵਿੱਚ ਇਹ ਗੱਲ ਆਮ ਤੌਰ ਤੇ ਕੀਤੀ ਜਾਂਦੀ ਹੈ ਕਿ ਪੰਜਾਬ ਦੀ ਕਮਿਊਨਲ ਹਾਰਮਨੀ ਕਦੇ ਖਰਾਬ ਨਹੀਂ ਹੋਈ। ਜਿਸ ਤਰ੍ਹਾਂ ਦੇ ਨਾਲ ਕਿਹਾ ਕਿ ਬੀਜੇਪੀ ਕਮਿਊਨਲ ਪੋਲਿਟਿਕਸ ਕਰ ਰਹੀ ਹੈ, ਇਹ ਸ਼ਬਦ ਵਰਤਿਆ ਸੁਖਬੀਰ ਬਾਦਲ ਹੋਣਾ ਨੇ। ਤੁਹਾਨੂੰ ਲੱਗਦਾ ਕਿ ਜੇ ਤੁਸੀਂ ਇਸ ਫਾਰਮੂਲੇ ਦੇ ਉੱਤੇ ਪੰਜਾਬ ਦੇ ਵਿੱਚ ਚੋਣਾਂ ਲੜਦੇ ਹੋ, ਇੱਕ ਵੱਡਾ ਸੈਕਸ਼ਨ ਜਿਹੜਾ
ਕ੍ਰਿਸਚੀਅਨ ਭਾਈਚਾਰੇ ਦਾ ਉਹ ਤੁਹਾਡੇ ਤੋਂ ਅਲੱਗ ਹੋ ਜਾਏਗਾ। ਤੇ ਫਿਰ ਉਹ ਗੱਲ ਤੁਸੀਂ ਵੋਟ ਬੈਂਕ ਦੀ ਪੋਲਿਟਿਕਸ ਵੇਖ ਰਹੇ ਹੋ, ਸੁਖਬੀਰ ਸਿੰਘ ਬਾਦਲ ਵੋਟ ਬੈਂਕ ਦੀ ਪੋਲਿਟਿਕਸ ਵੇਖ ਰਹੇ ਹੋ। ਅਸੀਂ ਕਹਿੰਦੇ ਵੀ ਮੈਂ ਆਪਣੀ ਮਰਜ਼ੀ ਨਾਲ ਕ੍ਰਿਸਚੀਅਨਿਟੀ ਜਾਵਾਂ ਅਲੱਗ ਗੱਲ ਹੈ, ਨਾਟ ਬਾਈ ਲਿਵਰਮੈਂਟ। ਮੈਂ ਲਾਲਚ ਦੇਖ ਕੇ ਨਹੀਂ ਜਾ ਸਕਦਾ ਨਹੀਂ। ਮੈਂ ਤੁਹਾਨੂੰ ਮੇਰੇ ਕਿਰਪਾ ਕਰਕੇ ਮੇਰੇ ਪਿੰਨ ਟਵੀਟ ਤੇ ਜਾਓ, तमाम ਵੀਡੀਓਜ਼ ਹੈਗੇ ਨੇ। ਉਹ ਕਲੀਅਰ ਹੈ ਕਿ ਅੱਜ ਉਹਦਾ ਪੋਲੀਟੀਕਲ ਲਿਵਰੇਜ ਜਿਹਦੇ ਨਾਲ ਯੂਜ਼ ਕੀਤਾ ਜਾ ਰਿਹਾ ਉਹ ਗਲਤ ਹੈ। ਪਰ ਚਰਨਜੀਤ ਸਿੰਘ ਚੰਨੀ ਸਿੱਧੂ ਦੇ ਮੁੱਖ ਮੰਤਰੀ, ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਚਮਕੌਰ ਸਾਹਿਬ ਜਾਂਦੇ ਨੇ, ਚਰਚ ਜਾਂਦੇ ਨੇ, ਉੱਥੇ ਛਾਤੀ ਠੋਕ ਕੇ ਨੇ ਕਿ ਅਸੀਂ ਪਹਿਲੇ ਚਰਚ ਆਏ, ਬਾਅਦ ਗੁਰਦੁਆਰੇ ਸਾਹਿਬ ਜਾਵਾਂਗੇ। ਤੇ ਚੋਇਸ ਉਹਨਾਂ ਦੀ। ਹੁਣ ਚਰਨਜੀਤ ਚੰਨੀ ਨੂੰ ਨਾ ਤੇ ਡਰਾਇਆ ਜਾ ਸਕਦਾ, ਨਾ ਉਹਨੂੰ ਲਾਲਚ ਦਿੱਤਾ ਜਾ ਸਕਦਾ। ਇਹ ਆਪਣੀ ਚੋਇਸ ਹੈ, ਇਹ ਆਪਣੀ ਚੋਇਸ ਹੈ। ਕੋਈ ਤੇ ਗੱਲ ਕਰੀਏ ਉਹ ਇਹ ਜਾ ਕੇ ਕਿ ਅਸੀਂ ਪਹਿਲੇ ਚਰਚ ਆਏ ਫਿਰ ਜਾਵਾਂਗੇ ਗੁਰਦੁਆਰੇ ਸਾਹਿਬ। ਲਾਲਚ ਹੈ ਨਾ ਜੀ, ਵੋਟ ਬੈਂਕ ਦਾ ਲਾਲਚ ਹੈ। ਇਹ ਫਿਰ ਤੁਸੀਂ ਕੋਈ ਵੀ ਕਿਸੇ ਵੀ ਢੰਗ ਨਾਲ ਪ੍ਰਭਾਸ਼ਿਤ ਕਰ ਦੋਗੇ। ਇਹ ਵੋਟ ਬੈਂਕ ਦਾ ਲਾਲਚ ਹੈ। ਇੱਥੇ ਵੋਟ ਚਾਹੀਦਾ, ਇਸ ਕਰਕੇ ਅਸੀਂ ਪਹਿਲੇ ਚਰਚ ਆਏ ਆ ਫਿਰ ਗੁਰਦੁਆਰੇ ਸਾਹਿਬ ਜਾਵਾਂਗੇ। ਫਿਰ ਇਹਨੂੰ ਤੁਹਾਡੇ ਵਾਲੇ ਬਦਲ ਕੇ ਇਹ ਕਿਹਾ ਜਾਏਗਾ ਕਿ ਤੁਸੀਂ ਇੱਕ ਹਿੰਦੂ ਕਮਿਊਨਿਟੀ ਇਕੱਠੀ ਕਰਨਾ ਚਾਹੁੰਦੇ ਹੋ, ਇਸ ਦੇ ਲਈ ਤੁਸੀਂ ਤੁਹਾਨੂੰ ਹੈਗਾ ਵੀ ਹਿੰਦੂ ਵੋਟ ਕੰਸੋਲੀਡੇਟ ਕਰ ਲਈਏ, ਇਸ ਲਈ ਅਸੀਂ ਇੱਕ ਮਿਨੋਰਿਟੀ ਨੂੰ ਵੱਖਰਾ ਕਰ ਦਿੰਨੇ। ਅਸੀਂ ਸਿੱਖਾਂ ਦੀ ਕਨਵਰਜਨ ਤੇ ਜਦ ਸੋਚੋ ਸਿੱਖਾਂ ਹੀ ਜੋ ਰਿਹਾ। ਅਸੀਂ ਸਿੱਖਾਂ ਦੀ ਗੱਲ ਕਰ ਰਹੇ ਹਾਂ। ਔਰ ਜਿੰਨੀ ਲੜਾਈ ਜਿਹੜਾ ਕੰਮ ਆਰਐਸਐਸ ਕਰ ਰਿਹਾ ਹੈ, ਘਰ ਵਾਪਸੀ ਦਾ ਕੋਈ ਕਰ ਨਹੀਂ ਰਿਹਾ ਜੀ। ਹੁਣ ਇਹ ਕਿ ਅਸੀਂ ਹੱਲਾ ਨਹੀਂ ਕਰ ਰਹੇ, ਚੁੱਪ ਚੁਪੀਤੇ ਹੋ ਰਿਹਾ, ਅੰਦਰ ਖਾਤੇ ਹੋ ਰਿਹਾ, ਕੰਮ ਹੋ ਰਿਹਾ ਲਗਾਤਾਰ। ਪਰ ਜਿਹੜੀ ਮੂਲ ਗੱਲ ਹੈਗੀ ਹੈ ਕਿ ਉਹ ਵੋਟ ਬੈਂਕ ਦੀ ਪੋਲਿਟਿਕਸ ਕਰਕੇ ਥੋੜੇ ਦਿਨ ਬਾਅਦ ਡੁੱਬੀ ਵੀ ਆਉਂਦੇ ਨੇ। ਜਿਹੜਾ ਇੱਥੇ ਭਾਈਚਾਰਾ ਹੈ, ਹਿੰਦੂ ਸਿੱਖਾਂ ਦਾ ਭਾਈਚਾਰਾ ਹੈ, ਉਹ ਭਾਈਚਾਰੇ ਨੂੰ ਖਰਾਬ ਕਰਨ ਵਾਸਤੇ ਡੁਗਡੁਗੀ ਕਿਉਂ ਵਜਾਉਂਦੇ ਨੇ ਗੁਰਦੁਆਰਾ ਕਮੇਟੀ ਵੱਲੋਂ। ਇਹ ਹਿੰਦੂ ਸਿੱਖ ਗੁਰਦੁਆਰਾ ਕਮੇਟੀ ਵਾਲੇ ਬਾਰ-ਬਾਰ ਕਦੀ ਕਿਸੇ ਇੱਕ ਬੀਜੇਪੀ ਦੇ ਆਗੂ ਦਾ ਬਿਆਨ ਸੁਣਿਆ? ਹਾਂ, ਬੀਬੀ ਜਗੀਰ ਕੌਰ ਦਾ ਬਿਆਨ ਜ਼ਰੂਰ ਆ ਜਾਂਦਾ। ਉਹ ਗੋਬਿੰਦ ਸਿੰਘ ਲੌਂਗੋਵਾਲ ਦਾ ਬਿਆਨ ਜ਼ਰੂਰ ਆ ਜਾਏਗਾ, ਉਹਦੇ ਬਾਰੇ ਨਹੀਂ ਗੱਲ ਕਰਾਂਗੇ ਜੀ। ਔਰ ਉਹ ਗੁਰਦੁਆਰਾ ਕਮੇਟੀ ਨੂੰ ਐਜ਼ ਅ ਟੂਲ ਯੂਜ਼ ਕਰਦੇ ਨੇ। ਜਦ ਗੋਬਿੰਦ ਸਿੰਘ ਲੌਂਗੋਵਾਲ ਇਹ ਕਹਿੰਦਾ ਹੈ ਕਿ ਕਿਹੜਾ ਸਿੱਖ ਹੈ ਜਿਹੜਾ ਖਾਲਿਸਤਾਨ ਨਹੀਂ ਚਾਹੁੰਦਾ, ਇਹ ਗੋਬਿੰਦ ਸਿੰਘ ਲੌਂਗੋਵਾਲ ਦਾ ਬਿਆਨ ਹੈ ਨਾ। ਤੁਸੀਂ ਇਸ ਗੱਲ ਨੂੰ ਮੰਨ ਕੇ ਚੱਲਦੇ ਹੋ? ਮੈਂ ਜਿਹੜੀ ਗੱਲ ਕਰ, ਮੇਰਾ ਤਾਂ ਉਸ ਤੋਂ ਬਾਅਦ ਦਾ ਬਿਆਨ ਪੜ੍ਹੋ ਜਿਹੜੇ ਸਿੱਖ ਨੂੰ ਜਿਹਨੂੰ ਖਾਲਿਸਤਾਨ ਜਿਹਦਾ ਲਾਹੌਰ ਜਾਏ। ਪਰ ਜਿਹੜੀ ਗੱਲ ਮੈਂ ਕਹਿ ਰਿਹਾ ਜੀ ਕਿ ਉਹ ਵੀ ਵੋਟ ਬੈਂਕ ਦੀ ਪੋਲਿਟਿਕਸ ਕਰ ਰਹੇ ਨੇ। ਇਸ ਤੋਂ ਵੱਡੀ ਕਾਮਨ ਪੋਲਿਟਿਕਸ ਹੋ ਸਕਦੀ ਹੈ? ਗੋਬਿੰਦ ਸਿੰਘ ਲੌਂਗੋਵਾਲ ਕਿਹਦਾ ਆਦਮੀ ਹੈ ਜੀ? ਸੁਖਬੀਰ ਸਿੰਘ ਬਾਦਲ ਦਾ ਆਦਮੀ ਹੈ। ਗੁਰਦੁਆਰਾ ਕਮੇਟੀ ਦਾ ਨੋਮਨੀ ਸੁਖਬੀਰ ਸਿੰਘ ਬਾਦਲ ਤੈਅ ਕਰਦਾ। ਉਹ ਗੋਬਿੰਦ ਸਿੰਘ ਲੌਂਗੋਵਾਲ ਚਰਚ ਜਾ ਕੇ ਉਹ ਸਭਾ ਚ ਅਟੈਂਡ ਕਰਦਾ, ਆਸ਼ੀਰਵਾਦ ਦਿੰਦਾ ਜੀ। ਜਿਹੜਾ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੋਏਗਾ ਐਸਜੀਪੀਸੀ ਦਾ, ਉਹਨੂੰ ਐਸਜੀਪੀਸੀ ਦਾ ਪ੍ਰਧਾਨ ਬਣਾਇਆ ਜਾਂਦਾ ਹੈ। ਤੇ ਕੁਝ ਨੋਰਮਸ ਨੇ। ਜੇ ਆਰਐਸਐਸ ਇੰਨਾ ਹੀ ਵਧੀਆ ਕੰਮ ਕਰ ਰਹੀ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹ ਗੱਲ ਕਿਉਂ ਕਹਿਣੀ ਪਈ ਕਿ ਆਰਐਸਐਸ ਬੈਨ ਹੋਣੀ ਚਾਹੀਦੀ ਪੰਜਾਬ 'ਚ, ਦੇਸ਼ 'ਚ? ਮੈਂ ਇੱਕ ਮਿੰਟ, ਉਹਨਾਂ ਨੇ ਜਿਹੜੀ ਗੱਲ ਕਹੀ ਉਹ ਧਿਆਨ ਨਾਲ ਯਾਦ ਰੱਖਣਾ ਜੀ। ਉਹ ਤਾਂ ਮੇਰਾ ਬਿਆਨ ਵੀ ਯਾਦ ਰੱਖ ਰਹੇ ਜੀ। ਉਹਨੇ ਆਖਿਆ ਕਿ ਆਰਐਸਐਸ ਲੋਕਾਂ ਨੂੰ ਹਿੰਦੂ ਬਣਾ ਰਹੀ ਹੈ, ਇਹ ਸ਼ਬਦ ਯੂਜ਼ ਕੀਤਾ। ਬਿਲਕੁਲ, ਮੈਂ ਕਿਰਪਾ ਕਰਕੇ ਉਸ ਵੇਲੇ ਵੀ ਆਖਿਆ ਸੀ, ਹੁਣ ਵੀ ਹੱਥ ਜੋੜ ਕੇ ਬੇਨਤੀ ਕਰਕੇ ਕਹਿ ਰਿਹਾ, ਹੱਥ ਜੋੜ ਕੇ ਕਹਿ ਰਿਹਾ, ਜਥੇਦਾਰ ਸਾਹਿਬ ਕਿਰਪਾ ਕਰਕੇ ਸੁਪਰੀਮ ਕੋਰਟ ਦੀ ਜਿਹੜੀ ਪਰਿਭਾਸ਼ਾ ਹੈ ਹਿੰਦੂ ਬਾਰੇ ਉਹ ਪੜ੍ਹ ਲਓ, ਫਿਰ ਗੱਲ ਕਰੋ। ਹਿੰਦੂ ਇਜ਼ ਨਾਟ ਅ ਰਿਲੀਜਨ, ਹਿੰਦੂ ਇਜ਼ ਅ ਵੇ ਆਫ ਲਾਈਫ। ਇਹ ਗੱਲ ਸਮਝ ਆਣੀ ਚਾਹੀਦੀ, ਪਹਿਲੀ ਗੱਲ। ਦੂਜੀ ਗੱਲ, ਆਰਐਸਐਸ ਨੇ 2000 ਹਿੰਦੂ ਇਜ਼ ਵੇ ਆਫ ਲਾਈਫ ਕਿ ਹਿੰਦੂਇਜ਼ਮ ਇਜ਼ ਵੇ ਆਫ ਲਾਈਫ? ਉਹ ਹਿੰਦੂਇਜ਼ਮ ਸਰ ਇੱਕੋ ਇਜ਼ਮ ਔਰ ਇਹ ਰਾਹੁਲ ਗਾਂਧੀ ਦਾ ਸਟਾਈਲ ਹੈ। ਪਰ ਜਿਹੜੀ ਮੈਂ ਗੱਲ ਕਹਿ ਰਿਹਾ, ਆਰਐਸਐਸ ਨੇ ਸਨ 2000 ਵਿੱਚ, ਅਗਰ ਮੈਨੂੰ ਠੀਕ ਤਾਰੀਖ ਯਾਦ ਹੈ, 14 ਜਨਵਰੀ ਦੀ ਤਾਰੀਖ ਸੀ, ਜਾ ਕੇ ਮਾਈਨੋਰਿਟੀ ਕਮਿਸ਼ਨ ਅੱਗੇ ਐਕਸੈਪਟ ਕੀਤਾ ਕਿ ਸਿੱਖ ਇਜ਼ ਅ ਸੈਪਰੇਟ ਰਿਲੀਜਨ ਐਂਡ ਇਟ ਹੈਜ਼ ਅ ਸੈਪਰੇਟ ਐਂਟੀਟੀ। ਆਰਐਸਐਸ ਦਾ ਐਕਸੈਪਟੈਂਸ ਹੈ। ਪਲੀਜ਼ ਗੋ ਥਰੂ ਗੂਗਲ। ਆਰਐਸਐਸ ਆਰਪੀ ਸਿੰਘ ਜੀ, ਹਾਂ ਇੱਕ ਮਿੰਟ ਸੁਣ ਲਓ। श्री मांगोराम वैद्य जी, सत्यनारायण बंसल जी was part of the delegation. उसे एक्सेप्ट किया कि सिखिज्म इज अ सेपरेट रिलीजन एंड इट हैज अ सेपरेट एंटिटी। एक अलग धर्म है, उसकी अलग पहचान है। पर ये जान के दस्या नहीं, ये डुगडुगी बजाना, ये ਇੱਥੇ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਅਸੀਂ ਫਰਕ ਨਹੀਂ ਮੰਨਦੇ। ਇੰਨਾ ਇੱਥੇ ਅੱਤਵਾਦ ਚੱਲਿਆ, ਸ਼ਾਖਾ ਦੇ ਲੋਕ ਮਾਰੇ ਗਏ, ਪਰ ਕਦੀ ਇੱਥੇ ਹਿੰਦੂ ਸਿੱਖ ਦਾ ਫਸਾਦ ਨਹੀਂ ਹੋਇਆ ਜੀ, ਨਾ ਹੋਏਗਾ ਕਦੀ। ਆਰਐਸਐਸ ਦੀ ਇਹ ਗੱਲ ਮੰਨਣ ਨਾਲ, ਆਰਐਸਐਸ ਦੀ ਇਹ ਗੱਲ ਕਹਿਣ ਨਾਲ ਕਿ ਸਿੱਖ ਵੱਖਰਾ ਧਰਮ ਹੈ, ਇਹਦੇ ਨਾਲ ਫਰਕ ਕੀ ਪੈਂਦਾ ਜੇ ਸੰਵਿਧਾਨਿਕ ਤੌਰ ਤੇ ਅਮੈਂਡਮੈਂਟ ਨਹੀਂ ਹੁੰਦੀ? ਆਰਟੀਕਲ 25B ਦੀ ਅਮੈਂਡਮੈਂਟ ਦਾ ਮੁੱਦਾ ਕਈ ਸਾਲਾਂ ਤੋਂ ਲਟਕਿਆ ਹੋਇਆ। ਉਹਦੀ ਅਮੈਂਡਮੈਂਟ ਦਾ ਮੁੱਦਾ ਕਦੇ ਸ਼੍ਰੋਮਣੀ ਅਕਾਲੀ ਦਲ ਚੁੱਕਦਾ ਸੀਗਾ, ਹੁਣ ਤੋਂ 2 ਤੋਂ 2.5 ਦਹਾਕੇ ਪਹਿਲੇ ਤੱਕ। ਪਰ ਉਹ ਅਮੈਂਡਮੈਂਟ ਜਿਹੜੀ 25B ਦੀ ਹੈ, ਜਿਹੜੀ ਸੰਵਿਧਾਨਿਕ ਸੋਧ ਕਰਕੇ ਸਿੱਖ ਧਰਮ ਨੂੰ ਵੱਖਰਾ ਧਰਮ ਵਜੋਂ ਰਿਕੋਗਨਾਈਜ਼ ਕਰਦੀ ਹੈ, ਉਹ ਅਮੈਂਡਮੈਂਟ
ਦੀ ਮੰਗ ਹੁਣ ਅਕਾਲੀ ਦਲ ਵੀ ਨਹੀਂ ਕਰਦਾ ਔਰ ਰੁਕੀ ਵੀ ਹੋਈ ਬਹੁਤ ਦੇਰ ਚਾਹਾਂਗਾ ਬਾਕੀ ਛੱਡੋ ਜੀ, 5 ਜਥੇਦਾਰ ਸਾਹਿਬ ਨੇ ਨਾ ਸਾਡੇ, 5 ਜਥੇਦਾਰ ਸਾਨੂੰ ਇਕੱਠੇ ਹੋ ਕੇ ਬਿਆਨ ਦੇਣ ਜੀ, ਨਹੀਂ ਦੇ ਸਕਦੇ ਜੀ। ਕੋਈ ਜਿਹੜਾ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਾਂ ਜਿਹੜੇ ਸਾਡੇ ਜਥੇਦਾਰ ਸਾਹਿਬ ਜਿਹੜੇ ਬਾਕੀ ਜਥੇਦਾਰ ਸਾਹਿਬ ਨੇ ਉਹ ਨਹੀਂ ਦੇਣਗੇ ਬਿਆਨ, ਕਿਉਂਕਿ ਜੋ ਇਹਦੇ ਕਰਕੇ ਜੋ ਅੱਗੇ ਜਾ ਕੇ ਨੁਕਸਾਨ ਵੀ ਹੋਏਗਾ, ਇੱਥੇ ਡਿਬੇਟ ਕਰ ਲੈਣ, ਇਹ ਡਿਬੇਟ ਕਰਕੇ ਕਰ ਲੈਣ ਜੀ, ਉਸ ਤੋਂ ਕਲੈਰਿਟੀ ਹੋ ਜਾਏਗੀ ਗੱਲ ਦੀ ਜੀ। ਸਿਰਫ ਇਸ ਕਰਕੇ ਕਿ ਇੱਕ ਵੋਟ ਬੈਂਕ ਕਰਕੇ ਲੋਕਾਂ ਨੂੰ ਇੱਕ ਪਾਸੇ ਤੋੜਨਾ, ਇਹ ਇਦਾਂ ਦੀ ਮਤਲਬ ਕਈ ਵਾਰ ਲੋਕੀ ਕਹਿੰਦੇ ਨੇ, ਜਿਹੜਾ ਪੰਨੂ ਗੱਲ ਕਹਿੰਦਾ ਖਾਲਿਸਤਾਨ ਦੀ ਗੱਲ ਕਰਦਾ, ਕੋਈ ਕਿਹੜਾ ਖਾਲਿਸਤਾਨ ਹੋਣਾ ਇੱਥੇ ਜੀ? ਗੱਲ ਕਰਨੀ, ਡਿਬੇਟ ਕਰੋ, ਵੀ ਆਰ ਇਨ ਡੈਮੋਕ੍ਰੇਸੀਜ਼, ਡਿਬੇਟ ਇਟ, ਇਹਨਾਂ ਦੇ ਮੈਂਬਰ ਨੇ ਪਾਰਲੀਮੈਂਟ ਵਿੱਚ, ਡਿਬੇਟ ਕਰਨ, ਇਸ਼ੂ ਲੈ ਕੇ ਆਣ। ਜੇ ਪੰਨੂ ਤੋਂ ਇਤਰਾਜ਼ ਹੈ ਤੇ ਫਿਰ ਕਾਲੀ ਸੂਚੀ ਬੀਜੇਪੀ ਨੇ ਰੱਦ ਕਿਵੇਂ ਕਰ ਦਿੱਤੀ? ਬੀਜੇਪੀ ਦੇ ਬਹੁਤ ਸਾਰੀਆਂ ਚੀਜ਼ਾਂ 'ਚ ਡਬਲ ਸਟੈਂਡਰਡ ਨਜ਼ਰ ਆਉਂਦੇ, ਇੱਕ ਹੱਥ ਨੂੰ ਕੁਛ ਚਾਹੀਦਾ, ਇੱਕ ਹੱਥ ਨੂੰ ਕੁਛ ਚਾਹੀਦਾ, ਹੱਥ ਦੋਨੋਂ ਇੱਕੋ ਧੜਦੇ ਨੇ। ਕਾਲੀ ਸੂਚੀ ਦਾ ਪੰਨੂ ਨਾਲ ਕੀ ਲੈਣਾ ਦੇਣਾ ਜੀ? ਕਾਲੀ ਸੂਚੀ ਦੇ ਵਿੱਚ ਖਾਲਿਸਤਾਨੀ ਮਾਈਂਡਡ ਲੋਕ ਹੀ ਸੀਗੇ ਜਿਹੜੇ ਕਾਲੀ ਸੂਚੀ ਦੇ ਵਿੱਚ ਬਹੁਤ ਸਾਰੇ ਲੋਕ ਉਹ ਸ਼ਾਮਲ ਸੀਗੇ। 312 ਚ ਲਿਖਿਆ ਕਿ ਅਸੀਂ ਖਾਲਿਸਤਾਨ ਦੇ ਹੱਕ 'ਚ ਨਹੀਂ ਹੈਗੇ। ਜਗਜੀਤ ਸਿੰਘ ਚੌਹਾਨ ਤੋਂ ਵੱਡਾ ਖਾਲਿਸਤਾਨ ਤੇ ਕੋਈ ਨਹੀਂ ਹੋ ਸਕਦਾ ਜੀ। ਉਹ ਹਿੰਦੁਸਤਾਨ ਆ ਕੇ ਇਲੈਕਸ਼ਨ ਲੜਿਆ, ਅਡਵਾਨੀ ਜੀ ਨੇ ਉਹਨੂੰ ਛੋੜ ਦਿੱਤੀ ਹਿੰਦੁਸਤਾਨ ਆਉਣ ਦੀ, ਹਿੰਦੁਸਤਾਨ ਆਇਆ, ਖਾਲਸਾ ਰਾਜ ਪਾਰਟੀ ਦੇ ਇਲੈਕਸ਼ਨ ਵੀ ਲੜਿਆ ਇੱਥੋਂ ਆਉਣ ਤੋਂ ਬਾਅਦ। ਉਹਨੇ ਕਿਹਾ ਮੈਂ ਹਿੰਦੁਸਤਾਨ ਦੇ ਸੰਵਿਧਾਨ 'ਤੇ ਵਿਸ਼ਵਾਸ ਕਰਦਾ। ਜਿਹੜਾ ਕਾਲੀ ਸੂਚੀ ਵਾਲਾ ਬੰਦਾ ਕਿ ਮੈਂ ਹਿੰਦੁਸਤਾਨ ਦੇ ਸੰਵਿਧਾਨ 'ਤੇ ਵਿਸ਼ਵਾਸ ਕਰਦਾ, ਉਹਨੂੰ ਛੂਟ ਹੈ ਜੀ। ਜਿਹੜੇ ਦੋ ਨਹੀਂ ਮੰਨਦੇ ਉਹ ਨਹੀਂ ਆਉਣਗੇ, ਜਿਹੜੇ 314 ਵਿੱਚੋਂ 312 ਨੇ ਮੰਨ ਲਈ ਉਹ ਆ ਗਏ। ਇਸ ਤੋਂ ਇਲਾਵਾ ਤੁਸੀਂ ਅਸੀਂ ਅਗਲੇ ਇਸ਼ੂ ਤੇ ਗੱਲ ਕਰਦੇ, ਪ੍ਰਧਾਨ ਮੰਤਰੀ ਹੁਣਾਂ ਨੇ ਅਕਾਲੀ ਦਲ ਦੇ ਬਾਰੇ ਗੱਲ ਕਹੀ ਕਿ ਸਾਡਾ ਹੱਕ ਮਾਰਿਆ ਗਿਆ, ਡਿਪਟੀ ਸੀਐਮ ਬੰਨਾ ਸੀ ਬੀਜੇਪੀ ਦੇ ਕੋਟੇ ਦੇ ਵਿੱਚੋਂ ਮਨੋਰੰਜਨ ਕਾਲੀਆ, ਜਿਸ ਨੂੰ ਨਹੀਂ ਬਣਾਇਆ ਗਿਆ। ਸੁਖਬੀਰ ਸਿੰਘ ਬਾਦਲ ਹੁਣਾਂ ਨੇ ਕਿਹਾ ਕਿ ਅਸੀਂ ਬੀਜੇਪੀ ਦਾ ਉਸ ਸਮੇਂ ਸਾਥ ਦਿੱਤਾ 96 ਦੇ ਦੌਰ ਤੋਂ ਲੈ ਕੇ, ਜਦੋਂ ਬੀਜੇਪੀ ਦੇ ਕੋਲੇ ਕੋਈ ਆਧਾਰ ਨਹੀਂ ਸੀ ਦੇਸ਼ ਭਰ ਦੇ ਵਿੱਚ, ਅਸੀਂ ਬਿਨਾਂ ਕਿਸੇ ਲਾਲਚ ਦੇ ਬੀਜੇਪੀ ਦੇ ਨਾਲ ਖੜੇ ਰਹੇ। ਦੂਸਰੀ ਗੱਲ, ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਵੀ ਇਸ ਗੱਲ ਨੂੰ ਕੰਡੈਮ ਕਰ ਦਿੱਤਾ ਕਿ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੂੰ ਬਣਾਉਣ ਦੀ ਜਿਹੜੀ ਸਲਾਹ ਹੈ ਉਹ ਐਲਕੇ ਅਡਵਾਨੀ ਦੇ ਨਾਲ ਹੋਈ ਸੀ, ਜਿਹੜੀ ਉਸ ਸਮੇਂ ਨੈਸ਼ਨਲ ਪ੍ਰੈਜ਼ੀਡੈਂਟ ਸੀ। ਥੋੜਾ ਸੱਚ ਥੋੜਾ ਝੂਠ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਪੂਰਾ ਸੱਚ ਨਹੀਂ ਦੱਸ ਰਹੇ। ਮੈਂ ਉਸ ਵੇਲੇ ਇੰਚਾਰਜ ਸੀ ਇੱਥੇ ਇਲੈਕਸ਼ਨ ਦਾ ਜੀ। ਅਸੀਂ 23 ਚੋਂ 19 ਸੀਟਾਂ ਜਿੱਤੇ ਸਨ, ਇਹ 44 ਜਿੱਤੇ ਸਨ। ਸਾਰੀ ਸਪੋਰਟ ਬਿਨਾਂ ਸਰਕਾਰ ਨਹੀਂ ਬਣਦੀ ਸੀ ਜੀ। ਔਰ ਇਹ ਗੱਲ ਵੀ ਯਾਦ ਰੱਖਣਾ ਜੀ, ਜਿਹੜੇ ਮੁਕੱਦਮੇ ਚੱਲਦੇ ਸੀ ਨਾ ਪਹਿਲੇ, ਔਰ ਸਰਕਾਰ ਨਾ ਬੰਦੀ ਤੇ ਉਹ ਹਾਲ ਉਹਨੇ ਜੋ ਹਰਿਆਣਾ 'ਚ ਹੋਇਆ। ਮੈਨੂੰ ਕਹਿਣਾ ਨਹੀਂ ਚਾਹੀਦਾ, ਸੱਚ ਹੈਗਾ ਕਿ ਜੇਟਲੀ ਸਾਹਿਬ ਨੇ ਖੁਦ ਗੱਲ ਕੀਤੀ ਵੱਡੇ ਬਾਦਲ ਸਾਹਿਬ ਨਾਲ ਕਿ ਅਸੀਂ 19 ਜਿੱਤੇ ਆ, ਇਹ ਤੇ ਸਾਨੂੰ 23 ਸੀਟਾਂ ਦੇ ਕੇ ਰਾਜੀ ਨਹੀਂ ਸਨ। ਇਹ ਕਹਿੰਦੇ ਘਟਾਓ ਸੀਟਾਂ, ਅਸੀਂ ਉਹ ਸੀਟਾਂ ਕਿੱਦਾਂ ਰਾਜੀ, ਸਾਡੇ ਕੈਂਡੀਡੇਟ ਨੇ ਜੀ। ਔਰ ਮੈਂ ਤਦ ਵੀ ਆਖਿਆ ਸੀ ਢੀਂਡਸਾ ਸਾਹਿਬ ਜਿੰਦਾ ਨੇ ਪੁੱਛਣਾ ਜੀ, ਇਲੈਕਸ਼ਨ ਲੜ ਰਹੇ ਨੇ ਜੀ, ਜਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਪੁੱਛਣਾ। ਮੈਂ ਕਿਹਾ ਅਸੀਂ 23 ਚੋਂ 15, ਮੇਰਾ ਟਾਰਗੇਟ 15 ਦਾ ਸੀ, ਗੁਰੂ ਦੀ ਮਿਹਰ ਹੋਈ ਅਸੀਂ 19 ਜਿੱਤੇ, ਸਰਕਾਰ ਨਹੀਂ ਬਣਦੀ ਸੀ ਜੀ। ਡਿਪਟੀ ਸੀਐਮ ਦੀ ਗੱਲ ਹੋਈ ਕਿ ਮਨੋਰੰਜਨ ਕਾਲੀਆ ਨੂੰ ਡਿਪਟੀ ਸੀਐਮ ਬਣਾਇਆ ਜਾਏ, ਇਹਨੇ ਕਿਹਾ ਜੀ ਮੈਂ ਆਪਣੇ ਬੇਟੇ ਨੂੰ ਬਣਾਵਾਂਗਾ ਜੀ, ਕਿਉਂਕਿ ਅਸੀਂ ਚਾਹੁੰਦੇ ਸੀ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਹੋਏ। ਅਸੀਂ ਇਸ ਕਰਕੇ ਕੰਪਰਮਾਈਜ਼ ਕੀਤਾ ਕਿ ਪੰਜਾਬ ਵਿੱਚ ਕਿਉਂਕਿ ਇਹ ਬਾਰ-ਬਾਰ ਜਾ ਕੇ ਅੰਦਰ ਕਿ ਨਹੀਂ ਪੰਜਾਬ ਦਾ ਮਾਹੌਲ ਖਰਾਬ ਹੋ ਜਾਏਗਾ, ਇੱਕ ਮਿੰਟ ਇਹ ਡਰਾਵਾ ਦਿੰਦੇ ਸਨ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜਾਏਗਾ। ਔਰ ਇਮਾਨਦਾਰ ਸਾਨੂੰ ਇਹ ਲੱਗਦਾ ਵੀ ਅਸੀਂ ਪੰਜਾਬ ਦਾ ਮਾਹੌਲ ਸਾਡੇ ਕਰਕੇ ਨਹੀਂ ਖਰਾਬ ਹੋਣਾ ਚਾਹੀਦਾ, ਪੰਜਾਬ ਦਾ ਮਾਹੌਲ ਠੀਕ ਰਹੇ, ਇਹ ਭਾਈਚਾਰਾ ਬਣਿਆ ਰਹੇ। ਇੱਥੇ ਅੱਤਵਾਦ ਦਾ ਦੌਰ ਪੰਜਾਬ ਨੇ ਵੇਖਿਆ ਔਰ ਬਹੁਤ ਜ਼ਿਆਦਾ ਹਾਲਤ ਖਰਾਬ। ਤੁਸੀਂ ਸੀਟਾਂ ਦੀ ਮਿਸਕੈਲਕੂਲੇਸ਼ਨ ਦੀ ਗੱਲ ਕਰਦੇ ਹੋ ਕਿ ਸੀਟਾਂ ਘੱਟ ਸੀ ਅਕਾਲੀ ਦਲ ਕੋ। ਪ੍ਰਕਾਸ਼ ਸਿੰਘ ਬਾਦਲ ਹੁਣੀ ਜਿਹੜੀ ਔਨ ਰਿਕਾਰਡ ਇਹ ਗੱਲ ਕਹਿੰਦੇ ਨੇ ਕਿ ਐਲਕੇ ਅਡਵਾਨੀ ਦੇ ਨਾਲ ਗੱਲਬਾਤ ਹੋਈ ਸੁਖਬੀਰ ਸਿੰਘ ਬਾਦਲ ਨੂੰ ਡਿਪਟੀ ਸੀਐਮ ਬਣਾਉਣ ਦੀ, ਔਰ ਐਲਕੇ ਅਡਵਾਨੀ ਇਸ 'ਚ ਸਹਿਮਤ ਸੀ। ਅਡਵਾਨੀ ਨੇ ਆਪਣੀ ਪਾਰਟੀ ਨੂੰ ਸੂਚਨਾ ਨਹੀਂ ਦਿੱਤੀ। ਨਹੀਂ, ਬਿਲਕੁਲ ਗਲਤ ਕਹਿ ਰਹੇ ਨੇ ਜੀ। ਅਡਵਾਨੀ ਜੀ ਕੋਲ ਗਲਤ ਬਾਜ ਗਈ ਨਾ ਜੀ, ਪਹਿਲੇ ਗਲਤ ਥੱਲੇ ਗੱਲ ਤੋਰੀ ਜੀ ਗੱਲ, ਉੱਥੇ ਕਲੀਅਰ ਗੱਲ ਹੋਈ ਕਿ ਇੱਕ ਡਿਪਟੀ ਸੀਐਮ ਤੁਹਾਡਾ, ਇੱਕ ਡਿਪਟੀ ਸੀਐਮ ਸਾਡਾ। ਇਸ ਗੱਲ ਤੋਂ ਨੱਠ ਗਏ, ਮੁਕਰ ਗਏ ਕਿ ਅਸੀਂ ਨਹੀਂ ਬਣਾਉਂਗੇ ਜੀ, ਕਿਉਂਕਿ ਇਹ ਹੁਣ ਕਹਿ ਰਹੇ ਨੇ ਕਿ ਅਸੀਂ ਇੱਕ ਹਿੰਦੂ ਸੀਐਮ ਬਣਾਵਾਂਗੇ। ਜਦ ਮੌਕਾ ਸੀ ਅਸੀਂ ਹਿੰਦੂ ਡਿਪਟੀ ਸੀਐਮ ਬਣਾਵਾਂਗੇ, ਜਦ ਮੌਕਾ ਸੀ ਨਹੀਂ ਬਣਾ ਦਿੱਤਾ ਜੀ। ਅੱਛਾ ਖਾਸਾ ਮੌਕਾ ਸੀ, ਬਣਾ ਦਿੰਦੇ ਜੀ। ਉੱਥੇ ਨਹੀਂ ਗੱਲ ਮੁੱਕਦੀ ਜੀ। ਉਸ ਤੋਂ ਚੁੰਨੀ ਲਾਲ ਭੱਗੀ ਜੀ ਨੂੰ ਡਿਪਟੀ ਸੀਐਮ ਬਣਾਉਣ ਦੀ ਗੱਲ ਹੋਈ ਸੀ ਇੱਕ ਵਾਰ, ਨਹੀਂ ਬਣਾਇਆ ਇਹਨਾਂ ਨੇ। ਕੋਈ ਇਹਨਾਂ ਦੀ ਮਨਸ਼ਾ ਨਹੀਂ ਹੈ ਕਿ ਨਹੀਂ ਜੀ, ਇਹ ਕੋਈ ਰਾਜਨੀਤੀ ਕਰਦੇ ਨੇ। ਔਰ ਸਾਡੀ ਇੰਨੀ ਗੱਲ ਸੀ ਕਿ ਸਾਡੇ ਵਾਸਤੇ ਪੰਜਾਬ ਦਾ ਮਾਹੌਲ ਠੀਕ ਰਹੇ, ਇਹ ਜ਼ਰੂਰੀ ਸੀ। ਬੀਜੇਪੀ
ਹੁਣ ਜੇ ਇੰਡੀਪੈਂਡੈਂਟਲੀ ਪੰਜਾਬ ਦੇ ਵਿੱਚ ਲੜ ਰਹੀ ਹੈ, ਪੰਜਾਬ ਦੇ ਬਹੁਤ ਸਾਰੇ ਮੁੱਦੇ ਐਸੇ ਹੈ ਜਿਹਦੇ ਵਿੱਚ ਬੀਜੇਪੀ ਨੂੰ ਸਟੇਟ ਦੇ ਲੈਵਲ ਤੇ ਸੋਚ ਕੇ ਸਟੇਟ ਦੇ ਹੱਕ ਦੇ ਵਿੱਚ ਖੜਨਾ ਪਏਗਾ। ਬੀਜੇਪੀ ਆਮ ਆਦਮੀ ਪਾਰਟੀ ਦੇ ਲਈ ਜਾਂ ਕਿਸੇ ਵੀ ਨੈਸ਼ਨਲ ਪਾਰਟੀ ਦੇ ਲਈ ਸਮੱਸਿਆ ਹੋ ਸਕਦੀ ਹੈ ਕਿ ਸਟੇਟ ਦਾ, ਪੰਜਾਬ ਸਟੇਟ ਦਾ ਪੱਖ ਕੀ ਹੈ ਜਾਂ ਹਰਿਆਣਾ ਸਟੇਟ ਦਾ ਪੱਖ ਕੀ ਹੈ। ਪੰਜਾਬ ਦੇ ਪਾਣੀ ਦੀ ਲੜਾਈ ਬਹੁਤ ਇੰਪੋਰਟੈਂਟ ਹੈ ਪੰਜਾਬ ਦੇ ਲਈ। SYL ਦਾ ਮੁੱਦਾ ਹਜੇ ਤੱਕ ਲਟਕਿਆ ਪਿਆ। SYL ਦਾ ਮੁੱਦੇ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਿਆਸੀ ਮੁੱਦਾ ਹੈਗਾ। ਬੀਜੇਪੀ ਨੂੰ ਜੇ ਕੱਲ੍ਹ ਨੂੰ ਪੰਜਾਬ ਦੇ ਹੱਕ 'ਚ ਸਟੈਂਡ ਲੈਣਾ ਪਿਆ, ਬੀਜੇਪੀ ਪੰਜਾਬ ਦੇ ਪਾਣੀਆਂ ਦਾ ਮੁੱਦਾ, ਜਿਹਦੇ ਵਾਟਰ ਟੇਬਲ ਦੀ ਗੱਲ ਹੁੰਦੀ ਹੈ ਕਿ ਹਰ ਸਾਲ ਘਟ ਰਿਹਾ, ਪੰਜਾਬ ਦੇ ਪਾਣੀਆਂ ਦੇ ਲਈ ਬੀਜੇਪੀ ਦਾ ਸਟੈਂਡ ਕੀ ਹੋਏਗਾ? ਇੱਕ ਕੰਪਰੀਹੈਂਸਿਵ ਪਾਲਿਸੀ ਦੀ ਚਿੰਤਾ ਹੈ। ਇੱਕ ਕੰਪਰੀਹੈਂਸਿਵ ਪਾਲਿਸੀ ਲਾਂਗੇ, ਕਿੱਦਾਂ ਅਸੀਂ ਪੰਜਾਬ ਦਾ ਪਾਣੀ ਦਾ ਟੇਬਲ ਵੀ ਠੀਕ ਕਰੀਏ, ਪੰਜਾਬ ਦਾ ਜਿਹੜਾ ਬਿਮਾਰੀਆਂ ਪਾਣੀ ਕਰਕੇ ਜਾਂ ਜਿਹੜੀ ਕੈਮੀਕਲਸ ਕਰਕੇ ਹੋ ਰਹੀਆਂ ਨੇ, ਫਰਟੀਲਾਈਜ਼ਰ ਜਿਹੜਾ ਕੈਮੀਕਲ ਫਰਟੀਲਾਈਜ਼ਰ ਉਹਦੇ ਕਰਕੇ ਵੀ ਚਿੰਤਾ ਕੀਤੀ ਜਾਏ, ਔਰ ਜਿਹੜਾ ਰੜਕ ਵੀ ਹੈ ਉਹ ਵੀ ਠੀਕ ਹੋਵੇ। ਪਰ ਤੁਸੀਂ ਇਹ ਕੁਐਸਚਨ ਕਦੀ ਕੇਜਰੀਵਾਲ ਨੂੰ ਪੁੱਛਿਆ? ਕਦੀ ਕੇਜਰੀਵਾਲ ਨੂੰ ਪੁੱਛਿਆ, ਕੇਜਰੀਵਾਲ ਨੂੰ ਵੀ ਸਵਾਲ ਪੁੱਛਿਆ। ਬੀਜੇਪੀ ਕੇਜਰੀਵਾਲ ਦੀ ਪਾਰਟੀ ਨਾਲੋਂ ਵੱਡੀ ਪਾਰਟੀ ਹੈਗੀ ਹੈ। ਕੰਪਰੈਂਸਿਵ ਪਾਲਿਸੀ ਜਾਂ ਪਾਣੀ ਤੋਂ ਬਿਮਾਰੀ ਦਾ ਗੱਲ ਨਹੀਂ ਹੈਗੀ, ਪਾਣੀ ਦੀ ਵੰਡ ਦਾ ਮਸਲਾ ਹੈਗਾ ਵੀ ਪਾਣੀ ਦੀ ਵੰਡ ਹਰਿਆਣੇ ਦੇ ਨਾਲ ਜਾਂ ਦੂਜੇ ਸੂਬੇ ਦੇ ਨਾਲ ਕਿਸ ਤਰ੍ਹਾਂ ਨਾਲ ਹੋਏਗੀ। ਬੀਜੇਪੀ ਪੰਜਾਬ ਦੇ ਨਾਲ ਖੜਨਾ ਪਏਗਾ। ਅਸੀਂ ਬਿਲਕੁਲ ਹੱਲ ਕਰਾਂਗੇ ਜੀ, ਔਰ ਠੀਕ ਰਸਤਾ ਨਿਕਲੇਗਾ। ਸਰਕਾਰ ਆਏਗੀ ਤਾਂ ਉਹਨੂੰ ਰਸਤਾ ਦਿਖਾ ਕੇ ਕੱਢ ਕੇ ਦਿਖਾਵਾਂਗੇ, ਇਹ ਸੁਨਿਸ਼ਚਿਤ ਹੈ। ਪਰੰਤੂ ਮੈਂ ਉਹੀ ਗੱਲ ਕਰਾਂ, ਤੁਸੀਂ ਇਹ ਗੱਲ ਕਿਸੇ ਦੂਜੀ ਪਾਰਟੀ ਨੂੰ ਪੁੱਛ ਕੇ ਰਾਜੀ ਨਹੀਂ ਹੋਗੇ ਕਦੀ? ਕਿਉਂ ਨਹੀਂ ਪੁੱਛਦੇ? ਅਸੀਂ ਕੇਜਰੀਵਾਲ ਨੂੰ ਸਵਾਲ ਕਰਦੇ। ਇੱਕ ਮਿੰਟ ਦਿਓ। ਉਹ ਕੇਜਰੀਵਾਲ ਦਿੱਲੀ ਕਹਿੰਦਾ ਕਿ ਪੰਜਾਬ ਤੋਂ ਪੋਲੂਸ਼ਨ ਆ ਕੇ ਦਿੱਲੀ ਦੀ ਹਾਲਤ ਖਰਾਬ ਹੈ। ਉਹਨੇ ਤਾਂ ਕਦੀ ਇੱਕ ਵਾਰ ਨਹੀਂ ਪੁੱਛਿਆ ਵੀ ਤੁਸੀਂ ਯਾਰ ਸਾਰਾ ਪੋਲੂਸ਼ਨ ਜਦ ਆਉਂਦਾ ਹੈ ਤੂੰ ਸਾਰਾ ਬਲੇਮ ਪੰਜਾਬ ਤੇ ਲਾਉਂਦਾ ਹੈ, ਤੇ ਹੁਣ ਤੂੰ ਇੱਥੇ ਆ ਕੇ ਪੰਜਾਬ ਦੇ ਵੋਟ ਮੰਗ ਰਹੇ, ਉਹਦੇ ਬਾਰੇ ਕੋਈ ਨਹੀਂ ਗੱਲ ਕਰਦਾ ਜੀ। ਨਹੀਂ ਗੱਲ ਕਰਦੇ ਨਾ ਜੀ। ਉਹ ਹਰ ਗੱਲ ਤੇ ਬਲੇਮ ਲਾਉਂਦਾ, ਪਾਣੀ ਖਰਾਬ ਆ ਰਿਹਾ, ਹਰਿਆਣੇ ਦਾ ਪਾਣੀ ਖਰਾਬ ਆ ਰਿਹਾ, ਉਹ ਆਪਣੀ ਗੱਲ ਨਹੀਂ ਕਰਦਾ। ਮੈਂ ਤੇ ਯਮੁਨਾ ਦੀ ਬੈਂਕ ਨੂੰ ਲੰਡਨ ਦਾ ਬੈਂਕ ਬਣਾ ਦਾਂਗਾ ਤੇ ਸਾਬਰਮਤੀ ਵਕਨ ਬਣਾ ਦਾਂਗਾ, ਗੱਲ ਕਹਿੰਦਾ ਸੀ। ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਉਹਨੂੰ ਜੀ। ਇਸ ਕਰਕੇ ਜਦ ਅਸੀਂ ਕਹਿ ਰਹੇ ਹਾਂ ਤਾਂ ਅਸੀਂ ਕਰਾਂਗੇ ਜੀ, ਸੁਨਿਸ਼ਚਿਤ ਕਰਾਂਗੇ। ਵੀਲ ਵਰਕ ਆਊਟ ਉਹਦਾ ਇੱਕ ਰਸਤਾ ਕੱਢ ਕੇ ਉਹਦਾ ਢੰਗ ਦਾ ਰਸਤਾ ਕੱਢਾਂਗੇ। ਉੱਤਰਾਖੰਡ ਦੇ ਜਿਹੜੇ ਤੁਹਾਡੇ CM ਨੇ, ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰ ਦਿੱਤੀ 2 ਦਿਨ ਪਹਿਲਾਂ ਕਿ ਉੱਤਰਾਖੰਡ ਦੇ ਵਿੱਚ ਸਰਕਾਰ ਦੁਬਾਰਾ ਜੇ ਰਿਪੀਟ ਹੋਈ ਤੇ ਅਸੀਂ ਯੂਨੀਫਾਰਮ ਸਿਵਲ ਕੋਡ ਇੱਥੇ ਲਾਗੂ ਕਰਾਂਗੇ। ਬੀਜੇਪੀ ਦਾ ਪੰਜਾਬ ਨੂੰ ਲੈ ਕੇ ਸਟੈਂਡ ਕੀ ਹੈਗਾ? ਪੰਜਾਬ ਯੂਨੀਫਾਰਮ ਸਿਵਲ ਕੋਡ ਦੇ ਅਗੇਂਸਟ ਰਿਹਾ ਹਮੇਸ਼ਾ। ਨਹੀਂ, ਇਹ ਤਾਂ ਸਟੇਟ ਹੈ ਜੀ। ਉਹਨੂੰ ਉੱਤਰਾਂਚਲ ਸਟੇਟ ਦੇ ਮੁੱਖ ਮੰਤਰੀ ਨੂੰ ਲੱਗਦਾ ਵੀ ਸਾਨੂੰ ਯੂਨੀਫਾਰਮ ਸਿਵਲ ਕੋਡ ਲਿਆਉਣਾ ਚਾਹੀਦਾ। ਉਹ ਆਪਣੇ ਇੱਥੇ ਪ੍ਰੋਸੈਸ ਕਰਨਗੇ, ਕਿਉਂਕਿ ਗੋਆ 'ਚ ਆਲਰੇਡੀ ਹੈ ਯੂਨੀਫਾਰਮ ਸਿਵਲ ਕੋਡ। ਗ੍ਰੈਜੂਅਲੀ ਕੰਟਰੀ ਨੂੰ ਉਸ ਪਾਸੇ ਵਧਣਾ ਚਾਹੀਦਾ। ਮੇਰਾ ਮੰਨਣਾ ਕਿ ਇੱਕ ਕਾਨੂੰਨ ਹੋਣਾ ਚਾਹੀਦਾ, ਇੱਕੋ ਜਿਹੇ ਕਾਨੂੰਨ ਸਾਰਿਆਂ 'ਤੇ ਲਾਗੂ ਹੋਣੇ ਚਾਹੀਦੇ ਨੇ। ਕੋਈ ਸਪੈਸ਼ਲ ਰਾਈਟਸ ਨਹੀਂ ਹੋਣੇ ਚਾਹੀਦੇ, ਉਹ ਰਾਈਟ ਸਾਰਿਆਂ ਸੇ ਬਰਾਬਰ ਹੋਣ। ਔਰ ਸਾਡੀ ਸਰਕਾਰ ਨੇ ਤੇ ਜਿਹੜਾ ਟ੍ਰਿਪਲ ਤਲਾਕ ਦਾ ਵੀ ਕੀਤਾ ਉਸੇ ਪ੍ਰੋਸੈਸ ਵਿੱਚ ਹੈ। ਨਹੀਂ ਤੇ ਟ੍ਰਿਪਲ ਤਲਾਕ ਕਿਉਂ ਹੋਏ? ਇੱਕ ਫੋਨ ਤੇ ਕਹਿ ਦੋ ਤਲਾਕ 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 ਨਹੀਂ ਹੋਣਾ ਚਾਹੀਦਾ। ਉਹ ਵੂਮਨ ਰਾਈਟ ਵੀ ਹੈ ਔਰ ਹਿਊਮਨ ਰਾਈਟ ਵੀ ਹੈ। ਇਸ ਕਰਕੇ ਹਿਊਮਨ ਰਾਈਟਸ ਵਾਸਤੇ ਜ਼ਰੂਰੀ ਕਿ ਇੱਕ ਕਾਮਨ ਸਿਵਲ ਕੋਡ ਹੋਣਾ ਚਾਹੀਦਾ। ਉਹ ਸਾਰੇ ਕੰਸੈਂਸਸ ਬਣ ਕੇ ਹੋਏਗਾ ਜੀ। ਇਹ ਹੌਲੀ ਹੌਲੀ ਕੰਸੈਂਸਸ ਬਣੇਗਾ ਦੇਸ਼ ਵਿੱਚ, ਉਸ ਪਾਸੇ ਤੇ ਚੱਲ ਰਿਹਾ ਜੀ। RP ਸਿੰਘ ਜੀ, ਤੁਹਾਨੂੰ ਲੱਗਦਾ ਕਿ ਪੰਜਾਬ ਰੈਜ਼ਿਸਟ ਕਰਦਾ ਹਮੇਸ਼ਾ ਖੇਤੀ ਕਾਨੂੰਨਾਂ ਵਾਲਾ ਜਿਹੜਾ ਸਵਾਦ ਹੈ ਉਹ ਕੇਂਦਰ ਨੇ ਦੇਖ ਲਿਆ। ਜੇ ਪੰਜਾਬ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦੀ ਗੱਲ ਹੋਏਗੀ, ਜਿਹੜਾ ਦਹਾਕਿਆਂ ਦਾ ਵਿਰੋਧ ਹੈਗਾ, ਤੁਹਾਨੂੰ ਲੱਗਦਾ ਨਹੀਂ ਕਿ ਬੀਜੇਪੀ ਫੇਰ ਅੱਗ 'ਚ ਹੱਥ ਪਾਉਣ ਵਾਲਾ ਕੰਮ ਕਰ ਲੂਗੀ? ਮੈਂ ਹੁਣੇ ਆਖੀ ਗੱਲ ਕਿ ਕੰਸੈਂਸਸ ਬਣਾ ਕੇ ਕੰਮ ਕੀਤਾ ਜਾਏਗਾ, ਕੋਈ ਥੋਪਿਆ ਨਹੀਂ ਜਾਏਗਾ। ਕੰਸੈਂਸਸ ਬਣਾਇਆ ਜਾਏਗਾ, ਗੱਲ ਕੀਤੀ ਜਾਏਗੀ ਜੋ ਦੇਸ਼ ਦੇ ਹੱਕ, ਦੇਸ਼ ਦੇ ਹਿੱਤ 'ਚ ਹੋਏਗਾ ਜਾਂ ਪੰਜਾਬ ਦੇ ਜੋ ਹਿੱਤ 'ਚ ਹੋਏਗਾ, ਜੋ ਸਟੇਟ ਦੇ ਹਿੱਤ 'ਚ ਹੋਏਗਾ, ਉਹ ਕੀਤਾ ਜਾਏਗਾ। ਕੋਈ ਵੇਅਰ ਫੈਡਰਲ ਸਟਰਕਚਰ, ਉੱਥੇ ਗੱਲ ਕੀਤੀ ਜਾਏਗੀ ਜੀ, ਔਰ ਹੋਏਗੀ ਜਦ ਆਏਗੀ ਟਾਈਮ। ਹਲੇ ਥੋੜਾ ਜਲਦੀ ਹੈ, ਪਰ ਠੀਕ ਹੈ। ਉੱਤਰਾਖੰਡ ਨੇ ਕਿਹਾ ਅਸੀਂ ਆਪਣੇ ਇੱਥੇ ਪਾਸ ਕਰਾਂਗੇ, ਦੇਖਦੇ ਹਾਂ ਉਹ ਕੀ ਲੈ ਕੇ ਆਉਂਦੇ ਨੇ, ਫਿਰ ਬਾਕੀ ਸਟੇਟਸ ਉਹਨੂੰ ਅੱਛਾ ਲੱਗੇਗਾ ਕਾਪੀ ਕਰਨਗੇ। ਉਹ ਤੇ ਗੱਲ ਇੱਕ ਮਿੰਟ, ਮੈਂ ਅਗਰ ਐਸੀ ਗੱਲ ਨੂੰ ਕਰੋ, ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਕਿ ਧਰਮ ਪਰਿਵਰਤਨ ਕਾਨੂੰਨ ਤੇ ਜਥੇਦਾਰ ਅਕਾਲ ਸਾਹਿਬ ਨੇ ਵੀ ਗੱਲ ਕੀਤੀ ਸੀ ਜੀ। ਕੀਤੀ ਸੀ ਜੀ, ਬਿਲਕੁਲ। ਉਹਨੇ ਕਿਹਾ ਵੀ ਕਾਨੂੰਨ ਆਉਣਾ ਚਾਹੀਦਾ ਹੈ। ਜਦ ਕਸ਼ਮੀਰ ਮਾਮਲਾ ਜਦ ਹੋਇਆ ਸੀ ਇੱਕ, ਤਾਂ ਉਹਨਾਂ ਕਿਹਾ ਸੀ ਕਾਨੂੰਨ ਲਿਆਉਣਾ ਚਾਹੀਦਾ ਹੈ। ਉਹ ਬਾਕੀ ਜਗ੍ਹਾ ਗੱਲ ਕਰਦੇ ਨੇ ਜੀ, ਪੰਜਾਬ ਵਿੱਚ ਨਹੀਂ ਗੱਲ ਕਰਦੇ ਜੀ ਜਥੇਦਾਰ ਸਾਹਿਬ। ਤੇ ਓਵਰ ਪੀਰੀਅਡ ਕੰਸੈਂਸਸ ਬਣਦੇ ਨੇ ਚੀਜ਼ਾਂ ਵਾਸਤੇ ਜੀ। ਅੱਜ ਕੋਈ ਉਹਨਾਂ ਨੇ ਗੱਲ ਆਖੀ ਹੈ, ਉਹ 2 ਸਾਲ ਬਾਅਦ 3 ਸਾਲ ਬਾਅਦ ਦੇਸ਼ ਦੀ ਪੋਲੀਟੀਕਲ ਸਟੇਜ, ਦੇਸ਼ ਦੇ ਸਿਸਟਮ ਵਿੱਚ ਟਾਈਮ ਲੱਗਦਾ ਚੀਜ਼ਾਂ ਹੁੰਦੇ ਇਹ ਵੀ ਹੋਏਗਾ। ਅਰਵਿੰਦ ਕੇਜਰੀਵਾਲ ਨੂੰ ਲੈ ਕੇ ਬੀਜੇਪੀ ਦੇ ਲੀਡਰ ਇੱਕ ਬਿਆਨ ਦੇ ਰਹੇ, ਜਿਨ੍ਹਾਂ ਦੇ ਵਿੱਚ RP ਸਿੰਘ ਦਾ ਵੀ ਇੱਕ ਨਾਮ ਹੈਗਾ ਕਿ ਅਰਵਿੰਦ ਕੇਜਰੀਵਾਲ
ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਸੀਐਮ ਬਣਾਉਣਾ ਚਾਹੁੰਦੇ। ਜਦੋਂ ਭਗਵੰਤ ਮਾਨ ਦਾ ਨਾਮ ਡਿਕਲੇਅਰ ਹੋ ਗਿਆ, ਉਹਦੇ ਲਈ ਉਹਨਾਂ ਨੇ ਪਬਲਿਕ ਓਪੀਨੀਅਨ ਲਿਆ। ਉਹ ਕਿਸ ਤਰ੍ਹਾਂ ਦਾ ਦੇ ਲਈ ਲਿਆ ਉਹ ਵੱਖਰਾ ਵਿਸ਼ਾ ਹੈਗਾ, ਪਰ ਜਦੋਂ ਉਹਨਾਂ ਨੇ ਪਾਰਟੀ ਨੇ ਫੈਸਲਾ ਕਰਕੇ ਸੀਐਮ ਕੈਂਡੀਡੇਟ ਅਨਾਉਂਸ ਕਰ ਦਿੱਤਾ, ਉਹਦੇ ਬਾਵਜੂਦ ਇਹ ਫਿਰ ਭਰਮ ਪੈਦਾ ਕਰਨ ਵਾਲੀ ਜਾਂ ਹਾਸੋਹੀਣੀ ਜੀ ਗੱਲ ਲੱਗਦੀ ਹੈ ਕਿ ਬੀਜੇਪੀ ਇੱਕ ਵੱਖਰੇ ਕਿਸਮ ਦਾ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਬੇਭਰੋਸਗੀ ਵਾਲਾ, ਜਿਹੜਾ ਸ਼ਾਇਦ ਕਿਤੇ ਠਹਿਰ ਨਹੀਂ ਰਿਹਾ। ਕਿਉਂ ਲੱਗਦਾ ਤੁਹਾਨੂੰ? ਸੁਨੀਤਾ ਕੇਜਰੀਵਾਲ ਜੀ ਨੇ ਆਪਣਾ ਨਵਾਂ ਦਿਓਰ ਲੱਭ ਲਿਆ। ਅੱਜ ਤੱਕ ਤੇ ਸੁਣਿਆ ਸੀ ਕਿ ਦਿਓਰ ਦਾ ਰਿਸ਼ਤਾ ਹੈ ਜੀ। ਪਹਿਲੀ ਗੱਲ ਕਿਉਂ ਨਹੀਂ ਪੰਜਾਬ ਦੇ ਵਿੱਚ ਹੈਗਾ? ਮੇਰੀ ਮੈਂ ਮਾਫੀ ਚਾਹੁੰਦਾ, ਇੱਕ ਮਿੰਟ। ਅੱਜ ਤੱਕ ਇਹ ਇਲੈਕਸ਼ਨ ਤੋਂ ਪਹਿਲੇ ਕਦੀ ਸੁਨੀਤਾ ਕੇਜਰੀਵਾਲ ਨੇ ਕਿਹਾ ਸੀ ਭਗਵੰਤ ਮਾਨ ਮੇਰਾ ਦਿਓਰ ਹੈ? ਇਹ ਕਹਿ ਸਕਦੇ ਹੋ? ਉਹੀ ਤਾਂ ਕਹਿ ਰਹੇ, ਨਹੀਂ ਸੀ ਨਾ ਜੀ, ਨਹੀਂ ਹੈਗਾ ਸੀ ਰਿਸ਼ਤਾ ਨਾ ਜੀ, ਨਵੇਂ ਰਿਸ਼ਤੇ ਕੱਢੇ ਜਾ ਰਹੇ ਨੇ। ਔਰ ਕਦੀ ਸੁਨੀਤਾ ਕੇਜਰੀਵਾਲ ਜੀ ਕਦੀ ਕਿਸੇ ਕੈਂਪੇਨ 'ਚ ਨਹੀਂ ਗਏ। ਮੈਨੂੰ ਦੱਸ ਦਿਓ ਸੁਨੀਤਾ ਕੇਜਰੀਵਾਲ ਜੀ ਗੋਆ ਗਏ ਹੋਣ, ਉਤਰਾਂਚਲ ਗਏ ਹੋਣ, ਪੰਜਾਬੀ ਕਿਉਂ ਆ ਰਹੇ ਨੇ ਜੀ? ਕਿਤੇ ਇੱਕ ਸਰਟਨ ਲੈਵਲ ਤੇ ਅਨਾਉਂਸਮੈਂਟ ਹੋ ਰਹੀ ਹੈ ਕਿ ਮੈਂ ਵੀ ਹਾਂ, ਸੁਨੀਤਾ ਕੇਜਰੀਵਾਲ ਵੀ ਹੈ। ਔਰ ਤੁਹਾਨੂੰ ਕੀ ਲੱਗਦਾ ਹੈ ਕੇਜਰੀਵਾਲ ਕਦੀ, ਇਹ ਕੇਜਰੀਵਾਲ ਦਾ ਮੈਂ ਨਹੀਂ ਕਹਿ ਰਿਹਾ, ਕੁਮਾਰ ਵਿਸ਼ਵਾਸ ਦਾ ਬਿਆਨ ਸੁਣ ਲਓ ਜਿਹੜਾ ਕੁਮਾਰ ਵਿਸ਼ਵਾਸ ਟੀਵੀ ਤੇ, ਮੈਂ ਨਹੀਂ ਕਹਿ ਰਿਹਾ, ਕੁਮਾਰ ਵਿਸ਼ਵਾਸ ਇਹ ਕਹਿ ਰਿਹਾ ਕਿ ਕੇਜਰੀਵਾਲ ਦੇ ਮਨ ਵਿੱਚ ਕੀ ਹੈਗਾ ਕਿ ਮੈਂ ਇੱਕ ਫੁੱਲ ਸਟੇਟ ਦਾ ਚੀਫ ਮਿਨਿਸਟਰ ਬਣਾ। ਉਹ ਡਾਇਰੈਕਟਲੀ ਬਣਾ ਜਾਂ ਰਿਮੋਟ ਕੰਟਰੋਲ ਨਾਲ ਬਣਾ। ਉਹ ਰਿਮੋਟ ਕੰਟਰੋਲ ਸਭ ਤੋਂ ਜ਼ਿਆਦਾ ਫਿੱਟ ਉਹਦੀ ਵਾਈਫ ਹੁੰਦੀ ਹੈ, ਹੋਰ ਤਾਂ ਕੋਈ ਨਹੀਂ ਹੁੰਦਾ। ਔਰ ਉਹ ਜਿਹੜੇ ਇੰਡੀਕੇਸ਼ਨ ਨੇ ਸਾਫ਼ ਨੇ। ਮੈਂ ਤਾਂ ਕਹਿ ਰਿਹਾ ਜੀ, ਅੱਜ ਤੋਂ ਪਹਿਲੇ ਕਦੀ ਦੇਵਰ ਦਾ ਰਿਸ਼ਤਾ ਨਹੀਂ ਆਇਆ, ਦਿਓਰ ਦਾ ਰਿਸ਼ਤਾ ਨਹੀਂ ਆਇਆ, ਨਾ ਭਾਬੀ ਦੀ ਗੱਲ ਹੋਈ ਕਦੀ। ਯਕਾਯਕ ਭਾਬੀ ਦਿਓਰ ਦੇ ਰਿਸ਼ਤੇ ਆ ਗਏ, ਯਕਾਯਕ ਕੈਂਪੇਨ ਹੋਣਾ ਸ਼ੁਰੂ ਹੋ ਗਿਆ। ਉਹ ਕੇਜਰੀਵਾਲ ਬਹੁਤ ਦੂਰ ਦੀ ਕੋੜੀ ਖੇਲਣ ਆਦਮੀ ਹੈ, ਉਹ ਦੂਰ ਦੀ ਕੋੜੀ ਖੇਲ ਰਿਹਾ ਜੀ। ਅੱਜ ਪੰਜਾਬ ਦੇ ਲੋਕਾਂ ਨੇ ਸੁਨੀਤਾ ਕੇਜਰੀਵਾਲ ਦਾ ਨਾਮ ਸਮਝ ਲਿਆ। ਅੱਜ ਤੋਂ 15 ਦਿਨ ਪਹਿਲੇ ਤਾਂ ਜਾਣਦੇ ਨਹੀਂ ਸਨ ਜੀ। ਅੱਜ ਸੁਨੀਤਾ ਕੇਜਰੀਵਾਲ ਦਾ ਨਾਮ ਲੋਕਾਂ ਦੇ ਦਿਮਾਗ ਤੇ ਜ਼ੁਬਾਨ ਤੇ ਆ ਗਿਆ। ਮੇਰੇ ਕੋਲ ਸੁਨਿਸ਼ਚਿਤ ਸਮਝ ਲਓ, ਹਾਲਾਂਕਿ ਇਹ ਗਲਤੀ ਹੋਣੀ ਨਹੀਂ, ਪੰਜਾਬ ਵਾਲੇ ਗਲਤੀ ਨਹੀਂ ਕਰਨਗੇ। ਉਹਨਾਂ ਦਾ ਮਨ ਵਿੱਚ ਇਹ ਹੈਗਾ ਕਿ ਅਸੀਂ ਸੁਨੀਤਾ ਕੇਜਰੀਵਾਲ ਨੂੰ ਇੱਥੇ ਦਾ ਮੁੱਖ ਮੰਤਰੀ ਬਣਾਈਏ ਔਰ ਰਿਮੋਟ ਕੰਟਰੋਲ ਲਈਏ। ਇਹ ਨਵੀਂ ਡਾਇਨੈਸਟੀ ਸ਼ੁਰੂ ਹੋ ਰਹੀ ਹੈ, ਆਮ ਆਦਮੀ ਪਾਰਟੀ ਦੀ, ਕੇਜਰੀਵਾਲ ਦੀ ਨਵੀਂ ਡਾਇਨੈਸਟੀ ਸ਼ੁਰੂ ਹੋ ਰਹੀ ਹੈ। ਇਹ ਹਿੰਦੁਸਤਾਨ ਦੀ ਰਾਜਨੀਤੀ 'ਚ ਜਿਹੜੇ ਪਰਿਵਾਰਵਾਦ ਨਾਲ ਪਾਰਟੀਆਂ ਚੱਲਦੀਆਂ ਨੇ, ਕੇਜਰੀਵਾਲ ਉਸ ਪਾਸੇ ਤੁਰ ਰਿਹਾ। ਅਰਵਿੰਦ ਕੇਜਰੀਵਾਲ ਡਾਇਨੈਸਟੀ ਪੋਲਿਟਿਕਸ ਕਿਵੇਂ ਕਰ ਸਕਦੇ ਨੇ? ਕਿਉਂਕਿ ਉਹ ਤੇ ਕਾਂਗਰਸ ਦੇ ਜਿਹੜਾ ਬੇਸ ਫਾਰਮੂਲਾ ਵਾ ਰਾਜਨੀਤੀ ਦਾ, ਉਹਦੇ ਅਗੇਂਸਟ ਤੇ ਬੋਲਦੇ, ਫਿਰ ਡਾਇਨੈਸਟੀ ਪੋਲਿਟਿਕਸ ਉਹ ਕਿਵੇਂ ਕਰ ਸਕਦੇ? ਕਿੱਥੇ ਗੱਲ ਕਰਦੇ ਜੀ? ਉਹ ਤਾਂ ਸੋਮੋ ਹੀ ਚੱਕਦੇ ਸਨ ਕਿ ਮੈਂ ਕਿਸੇ ਪਾਰਟੀ ਨਾਲ ਹੱਥ ਨਹੀਂ ਮਿਲਾਵਾਂਗਾ। ਦਿੱਲੀ ਸਹੁੰ ਚੱਕੀ ਸੀ ਨਾ ਬੱਚਿਆਂ ਦੀ ਆਪਣੇ ਕਿ ਮੈਂ ਕਿਸੇ ਪਾਰਟੀ ਨਾਲ ਹੱਥ ਨਹੀਂ ਮਿਲਾਵਾਂਗਾ। ਫਿਰ ਕਾਂਗਰਸ ਪਾਰਟੀ ਨਾਲ ਹੱਥ ਵੀ ਮਿਲਾਇਆ, ਸਰਕਾਰ ਵੀ ਬਣਾਈ। ਉਹ ਪੋਲਿਟਿਕਸ ਆਫ ਸੂਟੇਬਿਲਿਟੀ ਕਰਦਾ ਹੈ। ਅੱਜ ਤੁਹਾਨੂੰ ਲੱਗਦਾ ਹੈ ਕਿ ਸੂਟੇਬਿਲਿਟੀ ਇਹ ਠੀਕ ਹੈ, ਇਹ ਠੀਕ ਹੈ। ਉਹਨੇ ਨਵਾਂ ਝੂਠ ਬੋਲਿਆ। ਉਹਨੇ ਕਿਹਾ ਜੀ ਦਿੱਲੀ 'ਚ 850 ਠੇਕੇ ਪਹਿਲੇ ਸਨ, ਮੈਂ 4 ਘਟਾ ਕੇ 846 ਕਰਤੇ ਜੀ। ਸੱਚ ਹੈ, 250 ਠੇਕੇ ਤੋਂ 849 ਠੇਕੇ ਕਰਤੇ। ਉਹ ਫਿਰ ਝੂਠ ਬੋਲਦਾ ਜੀ। ਇਸ ਤਰ੍ਹਾਂ ਹੀ ਸੁਨੀਤਾ ਕੇਜਰੀਵਾਲ ਦੇ ਮਾਮਲੇ 'ਚ ਵੀ ਉਹ ਬਿਲਕੁਲ ਕਲੈਰਿਟੀ ਹੈ। ਮੈਂ ਅੱਜ ਫਿਰ ਵਾਪਸ ਪੁੱਛਣਾ ਜੀ, ਅੱਜ ਤੋਂ 15 ਦਿਨ ਪਹਿਲੇ ਪੰਜਾਬ ਦੇ ਕਿਸੇ ਬੰਦੇ ਨੇ ਸੁਨੀਤਾ ਕੇਜਰੀਵਾਲ ਦਾ ਨਾਮ ਸੁਣਿਆ ਸੀ? ਭੈਣ ਜੀ ਦਾ ਨਹੀਂ ਸੁਣਿਆ ਸੀ ਨਾ ਜੀ। ਅੱਜ ਹਰ ਆਦਮੀ ਦੀ ਜ਼ੁਬਾਨ ਤੇ ਹੈ। ਸੋ ਨਿਸ਼ਚਿਤ ਹੈ ਉਹਨਾਂ ਦੇ ਮਨ ਵਿੱਚ ਕਿਧਰੇ ਹੈਗਾ ਕਿ ਅਸੀਂ ਰਿਮੋਟ ਕੰਟਰੋਲ ਨਾਲ ਸਰਕਾਰਾਂ ਚਲਾਈਏ, ਆਪਣੇ ਪਰਿਵਾਰ ਵਿੱਚ ਸਰਕਾਰਾਂ ਰੱਖੀਏ ਔਰ ਡਾਇਨੈਸਟਿਕ ਪੋਲਿਟਿਕਸ ਚਲਾਈਏ। ਔਰ ਉਹ ਬੜੇ ਆਰਾਮ ਨਾਲ, ਜਦ ਤੁਸੀਂ ਨੋਟ ਕਰਨ ਗੱਲ, ਜਦ ਵੀ ਮੌਕਾ ਲੱਗੇਗਾ, ਕਿ ਨਹੀਂ ਲੱਗ ਰਿਹਾ ਉਹਦਾ ਕੋਈ ਮੌਕਾ, ਪਰ ਜਦ ਵੀ ਉਹਨੂੰ ਮੌਕਾ ਲੱਗੇਗਾ ਉਹ ਇਹ ਗੱਲ ਨੂੰ ਤੁਰੇਗਾ ਜੀ। ਆਖਰੀ 1-2 ਸਵਾਲ ਹੈਗੇ। ਬੀਜੇਪੀ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਚਰਚਾ ਕਿ ਬੀਜੇਪੀ ਨੇ ਕਾਂਗਰਸ ਦੀ ਅੰਦਰ ਦੀ ਲੜਾਈ ਦੇ ਉੱਤੇ ਅੱਖ ਰੱਖੀ ਹੋਈ ਹੈ, ਇੱਕ ਬਾਜ਼ ਨਜ਼ਰ ਰੱਖੀ ਹੋਈ ਹੈ ਕਿ ਇਹਨਾਂ ਤੋਂ ਰੁੱਸ ਕੇ ਜਿਹੜੇ ਆਣਗੇ ਅਸੀਂ ਉਹ ਪਾਰਟੀ 'ਚ ਸ਼ਾਮਲ ਕਰ ਲਾਂਗੇ, ਜਾਂ ਉਸ ਤੋਂ ਬਾਅਦ ਜਿਨ੍ਹਾਂ ਦੀਆਂ ਸੂਚੀਆਂ ਹੈਗੀਆਂ ਨੇ, ਜਿਨ੍ਹਾਂ ਦੇ ਕਾਲੇ ਕਾਰਨਾਮੇ ਸਾਡੇ ਕੋਲੇ ਆ, ਇੱਕ ਵਾਰੀ ਐਮਐਲਏ ਬਣ ਲੈਣ ਦਿਓ, ਅਸੀਂ ਉਹਨਾਂ ਦੀ ਬਾਂਹ ਮਰੋੜ ਕੇ ਪਾਰਟੀ 'ਚ ਸ਼ਾਮਲ ਕਰ ਲਾਂਗੇ। ਅਦਰਵਾਈਜ਼ ਬੀਜੇਪੀ ਦੇ ਗਰਾਊਂਡ ਤੇ ਪੈਰ ਨਹੀਂ ਲੱਗੇ ਹੋਏ। ਇਹ ਪੰਜਾਬ ਦੀਆਂ ਸੱਥਾਂ 'ਚ ਚਰਚਾ ਹੁੰਦੀ ਹੈ। ਬੀਜੇਪੀ ਦਾ ਵਿਊ ਕੀ ਇਸ ਤੇ? ਤੁਹਾਨੂੰ ਗਲਤਫਹਿਮੀ ਹੈ ਸਰ। ਇਹ ਮੈਨੂੰ ਨਹੀਂ, ਮੈਂ ਇਸ ਲਈ ਕਿਹਾ ਮੈਂ ਜੋ ਸੱਥਾਂ ਦੀ ਚਰਚਾ ਮੈਂ ਉਹ ਦੱਸੀ। ਜਿਹੜੇ ਤੁਹਾਨੂੰ ਕਹਿ ਰਹੇ ਉਹਨਾਂ ਦੀ ਵੀ ਗਲਤਫਹਿਮੀ ਦੂਰ ਕਰ ਰਹੇ। ਬੀਜੇਪੀ ਔਨ ਇਟਸ ਔਨ ਸੀਟਾਂ ਲੈ ਕੇ ਆ ਰਹੀ ਹੈ। ਮੈਂ ਜਲੰਧਰ ਸ਼ਹਿਰ 'ਚ ਬੈਠਾ, ਕਾਲੀਆ ਜੀ ਔਰ ਮੰਜ਼ਲ ਬਗੀ ਜੀ ਦੋਨੋਂ ਇਲੈਕਸ਼ਨ ਜਿੱਤ ਰਹੇ ਨੇ। ਮੈਂ ਕੱਲ ਦੋਨਾਂ ਸੀਟਾਂ 'ਤੇ ਹੋ ਕੇ ਆਇਆ ਥੱਲੇ। ਔਰ ਮੈਂ ਆਮ ਆਦਮੀ ਨਾਲ, ਜਿਹੜਾ ਕਾਮਨ ਚਾਹ ਵਾਲਾ, ਢਾਬੇ ਵਾਲਾ, ਗੱਡੀ ਵਾਲਾ, ਸਭ ਨਾਲ ਗੱਲ ਕੀਤੀ ਹੈ। ਦੋਨੋਂ ਇਸ ਪੱਖ 'ਚ ਨੇ ਜੀ। ਔਰ ਪੰਜਾਬ ਦੇ ਲੋਕੀ ਸਮਝਦੇ ਨੇ ਕਿ ਡਬਲ ਇੰਜਨ ਦੀ ਸਰਕਾਰ ਦਾ ਕੀ ਫਾਇਦਾ ਹੈ। ਉਹ ਸਰਕਾਰ ਲੈ ਕੇ ਆਈ ਜਾਂ ਜਿਹੜੀ ਬ੍ਰੇਕ ਲਾਏ, ਜਿਹੜੀ ਸੈਂਟਰ ਕੁਝ ਦੇਣਾ ਚਾਹਵੇ ਜਾਂ ਉਹਨੂੰ ਅੱਗੇ ਵਧਾਏ। ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਇੱਥੇ ਬਾਰਡਰ ਕਰਕੇ ਸਾਡੀ ਸ਼ਾਂਤੀ ਬਣੀ ਰਹੇ। ਪੰਜਾਬ ਦੇ ਲੋਕ ਡਰੱਗਸ ਤੋਂ ਤੰਗ ਨੇ।
ਪੰਜਾਬ ਦੇ ਲੋਕ ਸਦਭਾਵ ਚਾਹੁੰਦੇ ਨੇ, ਮਾਹੌਲ ਸਦਭਾਵਨਾ ਦਾ ਚਾਹੁੰਦੇ ਨੇ। ਇਸ ਕਰਕੇ ਪੰਜਾਬ ਦੇ ਲੋਕ ਸਾਨੂੰ ਵੋਟ ਪਾ ਰਹੇ ਨੇ। ਇਸ ਕਰਕੇ ਨਹੀਂ ਪਾ ਰਹੇ ਕਿ ਅਸੀਂ ਕੋਈ ਲਾਲਚ ਦੇਣ ਲੋਕਾਂ ਨੂੰ ਜੀ। ਲੋਕਾਂ ਨੂੰ ਪਤਾ ਹੈ ਕਿ ਅਗਰ ਡਰੱਗਸ ਦੇ ਖਿਲਾਫ ਲੜਾਈ ਲੜ ਸਕਦਾ ਕੋਈ, ਪਰ ਇਮਾਨਦਾਰੀ ਨਾਲ ਅੱਛੀ ਲੜਾਈ ਲੜ ਸਕਦਾ ਤਾਂ ਉਹ ਬੀਜੇਪੀ ਲੜ ਸਕਦੀ ਹੈ। ਉਹ ਕੇਜਰੀਵਾਲ ਨਹੀਂ ਲੜ ਸਕਦਾ ਜਿਹੜਾ ਇੱਥੇ ਨਸ਼ੇ ਦੀ ਖਿਲਾਫ ਗੱਲ ਕਰਦਾ ਹੈ ਔਰ ਦਿੱਲੀ ਨੂੰ ਨਸ਼ੇ 'ਚ ਝੋਕਦਾ। ਦਿੱਲੀ 'ਚ ਹਰ ਮੁਹੱਲੇ 'ਚ 3-3 ਸ਼ਰਾਬ ਦੇ ਠੇਕੇ ਨੇ। ਓਵਰਆਲ 3000 ਆਊਟਲੈਟਸ ਖੁੱਲ੍ਹਣ ਵਾਲੇ ਦਿੱਲੀ 'ਚ। ਸੋਚੋ ਤਾਂ ਦਿੱਲੀ ਦਾ ਕੀ ਹਾਲ ਹੋ ਰਿਹਾ ਜੀ। ਔਰ ਮੈਂ ਤੁਹਾਨੂੰ ਵੀਡੀਓ ਭੇਜ ਦਾਂਗਾ, ਲਾਈਨਾਂ ਲੱਗੀਆਂ ਹੁੰਦੀਆਂ ਸਵੇਰ ਤੋਂ ਲੈ ਕੇ, ਸਵੇਰੇ ਲਾਈਨਾਂ ਸ਼ੁਰੂ ਹੁੰਦੀਆਂ ਨੇ। ਕਦੀ ਹੋਇਆ ਨਹੀਂ ਸੀ ਜੀ। ਇਸ ਕਰਕੇ ਪੰਜਾਬ ਦੇ ਲੋਕ ਸਮਝਦੇ ਨੇ, ਸੂਝਵਾਨ ਨੇ। ਦੂਜੀ ਗੱਲ, ਪੰਜਾਬ ਦੇ ਲੋਕ ਇਹ ਵੀ ਸਮਝਦੇ ਨੇ ਕਿ ਉਹ ਡਰੋਨ ਜਿਹੜਾ ਆਉਂਦਾ ਹੈ ਪਾਕਿਸਤਾਨ ਤੋਂ, ਉਹਦੀ ਚਿੰਤਾ ਕੋਈ ਕਰ ਸਕਦਾ ਤਾਂ ਸੈਂਟਰ ਗਵਰਨਮੈਂਟ ਕਰ ਸਕਦੀ ਹੈ ਔਰ ਬੀਜੇਪੀ ਕਰ ਸਕਦੀ ਹੈ। ਉਹ ਹਰੀ ਸਰਕਾਰਾਂ ਨਹੀਂ ਕਰ ਸਕਦੀਆਂ ਜਿਹੜੀ ਕਹਿੰਦੀ 15 ਕਿਲੋਮੀਟਰ ਤੋਂ ਅੱਗੇ ਤੇ ਜਿਹੜਾ ਡਰੋਨ ਜਾਏਗਾ ਉੱਥੇ ਸਟੇਟ ਗਵਰਨਮੈਂਟ ਕਰੇਗੀ। ਕੇਜਰੀਵਾਲ ਨਸ਼ੇ ਦੇ ਖਿਲਾਫ ਹੈ ਨਾ, ਉਹਨੂੰ ਪੁੱਛੋ ਜਿਹੜਾ ਡਰੋਨ ਨੂੰ ਚੇਸ ਕਰਨ ਦਾ ਮਾਮਲਾ BSF ਨੂੰ 50 ਕਿਲੋਮੀਟਰ ਦੀ ਹੱਦ ਦਿੱਤੀ ਹੈ, ਉਹ ਉਹਦੇ ਹੱਕ 'ਚ ਜਾਂ ਉਹਦੇ ਵਿਰੋਧ 'ਚ ਹੈ। ਕਿਉਂਕਿ ਸਭ ਤੋਂ ਵੱਡਾ BSF ਨੂੰ ਜਿਹੜੀ ਹੱਦ ਵਧਾਉਂਦਾ ਸੀ ਉਹ ਨਸ਼ਾ ਸੀ, ਉਹ ਹਥਿਆਰ ਸੀ, ਉਹ ਫੇਕ ਕਰੰਸੀ ਸੀ। ਉਹ ਦੱਸ ਦੇ ਉਹ ਡਰੱਗਸ ਦੇ ਹੱਕ 'ਚ ਪੱਖ 'ਚ ਹੈ। ਜਿਹੜਾ ਮਜੀਠੀਆ ਕੋਲ ਮਾਫੀ ਮੰਗ ਲੈਂਦਾ ਉਹ ਡਰੱਗਸ ਦੇ ਹੱਕ 'ਚ ਅਗੇਂਸਟ ਹੈਗਾ। ਉਹ ਗੇਮ ਆਫ ਸੁਟੇਬਿਲਿਟੀ ਹੈ। ਉਹ ਲੋਕਾਂ ਨੂੰ ਪਤਾ ਕਿਹੜੀ ਪਾਰਟੀ ਦਾ ਸਟੈਂਡ ਕਲੀਅਰ ਹੈ। ਇਸ ਕਰਕੇ ਸਾਡੇ ਪੈਰ ਬੜੇ ਅੱਛੇ ਲੱਗੇ ਨੇ। ਐਤਕੀ ਜਿਹੜੇ ਨਤੀਜੇ ਆਉਂਗੇ ਬੜੇ ਜਿਹੜੇ ਨਤੀਜੇ ਆਉਂਗੇ ਬੜੇ ਚਮਤਕਾਰੀ ਨਤੀਜੇ ਹੋਣਗੇ। ਸਾਇਲੈਂਟ ਵੋਟਰ ਹੈ। ਪਿਛਲੀ ਵਾਰੀ ਡੁਗਡੁਗੀ ਵਜਾਈ ਸੀ ਕਿ 100 ਸੀਟਾਂ ਆ ਰਹੀਆਂ, 100 ਸੀਟਾਂ ਆਈਆਂ ਕਿੰਨੀਆਂ। ਬੀਜੇਪੀ ਅੱਜ ਦੀ ਡੇਟ 'ਚ ਬੀਜੇਪੀ ਦੇ ਲੀਡਰ ਹਰ ਜਗ੍ਹਾ ਤੇ ਕਹਿੰਦੇ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮਾਫੀ ਮੰਗ ਲਈ, ਗਲਤ ਕੀਤਾ। ਬਿਕਰਮ ਮਜੀਠੀਆ ਤੋਂ ਮਾਫੀ ਮੰਗ ਲਈ, ਗਲਤ ਕੀਤਾ। ਨਹੀਂ, ਮੈਂ ਨਹੀਂ ਕਰ ਗਲਤ, ਅਸੀਂ ਗਲਤੀ ਨਹੀਂ ਕਰੇ। ਉਹ ਮਾਫੀ ਮਤਲਬ ਤੁਸੀਂ ਨਸ਼ੇ ਦੇ ਖਿਲਾਫ ਗੱਲ ਕਰਦੇ ਹੋ। ਕੇਜਰੀਵਾਲ ਨੇ ਮਾਫੀ ਮੰਗ ਕੇ ਠੀਕ ਕੀਤਾ, ਗਲਤ ਕੀਤਾ? ਨਹੀਂ, ਮੈਂ ਤਾਂ ਕਹਿ ਰਿਹਾ ਜੀ ਉਹ ਨਸ਼ੇ ਦੇ ਖਿਲਾਫ ਗੱਲ ਕਰਦਾ ਸੀ ਜੀ। ਜਦ ਤੂੰ ਇੱਕ ਬੰਦੇ ਨੂੰ ਕਰ ਵੀ ਇਹ ਨਸ਼ੇ ਦੇ ਵਿੱਚ ਕਨੈਕਟਡ ਹੈ ਜਾਂ ਨਸ਼ੇ 'ਚ ਇਨਵੋਲਡ ਹੈ, ਉਹ ਕਹਿ ਕੇ ਆਪਣੀ ਗੱਲ ਵਾਪਸ ਲੈਣਾ। ਇਹਦਾ ਮਤਲਬ ਕਿਧਰ ਤੁਹਾਡੀ ਸਾਂਠ-ਗਾਂਠ ਹੋਈ ਨਾ, ਕਿਧਰ ਤੁਹਾਡੀ ਗੱਲ, ਕਿਧਰ ਤੁਸੀਂ ਅੰਦਰ ਖਾਤੇ ਤੁਹਾਡੀ ਕੋਈ ਗੱਲ ਹੋ ਰਹੀ ਹੈ। ਇਹ ਬੜਾ ਸਪਸ਼ਟ ਹੈ। ਕਿਉਂਕਿ ਇਹ ਨਾ ਸੋਚੋ ਕੇਜਰੀਵਾਲ ਕਲੀਨ ਹੈ ਜੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਇਹ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਨੇ ਜੀ। ਇਹਨਾਂ ਦਿੱਲੀ ਦੇ ਇੱਕ MLA ਬਿਕਰਮ ਮਜੀਠੀਆ ਨੂੰ ਲੈ ਕੇ ਇੱਕ ਗੱਲ ਸੁਣ, ਬੜੀ ਜ਼ਰੂਰੀ ਗੱਲ ਹੈ। ਦਿੱਲੀ 'ਚ ਇੱਕ ਇਹਨਾਂ ਦਾ MLA 60 ਲੱਖ ਰੁਪਏ ਮਹੀਨੇ ਦੀ ਰਿਸ਼ਵਤ ਲੈਂਦਾ ਫੜਾ ਗਿਆ। ਕੇਜਰੀਵਾਲ ਸਾਹਿਬ ਬਿਆਨ ਦੇ ਦੇਣ ਕਿ ਉਹ ਪਾਰਟੀ 'ਚ ਹੈ ਜਾਂ ਨਹੀਂ ਹੈ। ਇੱਕ ਇਹਨਾਂ ਦਾ ਕਾਰਪੋਰੇਟਰ ਦਿੱਲੀ ਦੰਗੇ ਕਰਾਉਂਦੇ ਫੜਿਆ ਗਿਆ। ਜਿਹੜਾ ਈਸਟ ਦਿੱਲੀ ਦੰਗੇ ਹੋਏ ਇਹਨਾਂ ਕਾਰਪੋਰੇਟਰ ਨੇ ਕਰਾਏ ਨੇ ਔਰ ਇਹਨਾਂ ਦੇ ਲੀਡਰ ਉਹਨੂੰ ਡਿਫੈਂਡ ਕਰਦੇ ਸਨ। ਸੰਜੇ ਸਿੰਘ ਔਰ ਸੌਰਵ ਭਾਰਦਵਾਜ ਉਹਨੂੰ ਡਿਫੈਂਡ ਕਰਦੇ ਰਹੇ ਜਦ ਤੱਕ ਉਹ ਅੰਦਰ ਨਹੀਂ ਹੋਇਆ। ਕਹਿੰਦੇ ਨਹੀਂ ਇਹ ਗਲਤ ਹੋ ਰਿਹਾ ਜੀ। ਜਦ ਕੋਰਟ ਨੇ ਆਰਡਰ ਕਰਕੇ ਕੀਤਾ ਉਹਨੂੰ ਫਿਰ ਬੋਲੇ ਨੇ। ਤੇ ਇਹ ਦੋਹਰਾ ਚਿਹਰਾ ਹੈ। ਔਰ ਇਹ ਜਿਹੜੇ ਝੂਠ ਦਾ ਅਡੰਬਰ ਰੱਖਦੇ ਨੇ ਜੀ। ਦਿੱਲੀ 'ਚ ਇੱਕ ਸਕੂਲ, ਪਿੱਛੇ ਮੇਰਾ ਚੈਨਲ ਲੈ ਲਓ ਜੀ, ਉਹਨਾਂ ਕੋਲ ਦਿੱਲੀ 'ਚ ਇੱਕ ਸਕੂਲ ਦਿਖਾ ਦੇ 6 ਸਾਲਾਂ 'ਚ ਇੱਕ ਨਵਾਂ ਸਕੂਲ ਖੋਲ੍ਹਿਆ ਹੋਇਆ। ਇੱਕ ਨਵਾਂ ਸਕੂਲ ਨਵਾਂ ਖੋਲ੍ਹਿਆ। 2 ਸਕੂਲਾਂ ਦੀ ਪੁਤਾਈ ਕਰਕੇ ਉਹਦਾ ਵੀਡੀਓ ਚਲਾਉਣ ਨਾਲ ਗੱਲ ਨਹੀਂ ਬਣਦੀ ਜੀ। ਰੰਗਾਈ ਪੁਤਾਈ 2 ਸਕੂਲਾਂ 'ਚ ਕਰੋ, ਕੋਈ ਜੀ ਮਾਡਲ ਸਕੂਲ ਬਣਾਤੇ 2। ਇੱਕ ਨਵਾਂ ਸਕੂਲ ਨਹੀਂ ਖੋਲ੍ਹਿਆ। ਇਹਨੂੰ ਪੁੱਛੋ ਦਿੱਲੀ 'ਚ ਕਿੰਨੇ ਸਕੂਲਾਂ 'ਚ ਪ੍ਰਿੰਸੀਪਲ ਨਹੀਂ ਹੈਗੇ, ਦੱਸ ਦੇ। ਕਿੰਨੇ ਸਕੂਲਾਂ 'ਚ ਵਾਈਸ ਪ੍ਰਿੰਸੀਪਲ ਨਹੀਂ ਹੈਗੇ ਔਰ 50% ਜਿਹੜਾ ਟੀਚਰ ਨਹੀਂ ਹੈਗੇ ਸਕੂਲਾਂ 'ਚ। ਇਹ ਬੀਜੇਪੀ ਇਹ ਚੀਜ਼ਾਂ ਫਿਰ ਕਰ ਕਿਉਂ ਨਹੀਂ ਪਾਈ? ਇਹ ਬੀਜੇਪੀ ਇਹ ਸਾਰਾ ਨੈਰੇਟਿਵ ਬਣਾ ਕਿਉਂ ਨਹੀਂ ਪਾਈ? ਫਿਰ ਕਿਉਂ ਨੈਰੇਟਿਵ ਇਹ ਬਣ ਗਿਆ ਕਿ ਅਰਵਿੰਦ ਕੇਜਰੀਵਾਲ ਨੇ ਸਕੂਲ ਠੀਕ ਕੀਤੇ, ਹਸਪਤਾਲ ਠੀਕ ਕੀਤੇ, ਐਜੂਕੇਸ਼ਨ ਸਿਸਟਮ ਠੀਕ ਕੀਤਾ, ਆਪਣੇ ਟੀਚਰਸ ਨੂੰ ਫੋਰਨ ਟ੍ਰੇਨਿੰਗ ਲਈ ਭੇਜਿਆ। ਤੁਸੀਂ ਕਹਿੰਦੇ ਨਾ ਸਕੂਲ ਬਲੇ ਨਾ ਸਕੂਲਾਂ 'ਚ ਪ੍ਰਿੰਸੀਪਲ ਹੈ, 2 ਸਕੂਲਾਂ ਨੂੰ ਪੇਂਟ ਕਰ ਦਿੱਤਾ। ਫਿਰ ਇਹ ਬੀਜੇਪੀ ਦਾ ਫੇਲੀਅਰ ਹੈ ਕਿ ਉਹ ਨੈਰੇਟਿਵ ਬਣਾ ਹੀ ਨਹੀਂ ਪਾਈ। ਦਿੱਲੀ 'ਚ ਜਿਹੜਾ ਪੈਸਾ ਨਸ਼ੇ ਦੇ ਠੇਕੇਦਾਰਾਂ ਕੋਲ ਇਕੱਠਾ ਕੀਤਾ ਉਹ ਯੂਜ਼ ਹੋ ਰਿਹਾ। ਉਹ ਯੂਜ਼ ਹੋ ਰਿਹਾ। ਦਿੱਲੀ 'ਚ ਕਮਿਸ਼ਨ 2% ਵਧਾ ਕੇ 12% ਕਰਤੀ। 2% ਵਧਾ ਕੇ 12% ਕਰਤੀ। ਉਹ ਜਿਹੜੀ 12% ਕਮਿਸ਼ਨ ਕੀਤੀ ਹੈ ਉਹਦਾ ਲਗਭਗ ਜਾ ਕੇ 5 ਸਾਲਾਂ 'ਚ 10,000 ਕਰੋੜ ਦਾ ਫਰਕ ਪੈਣਾ। ਉਹ ਏਜੰਟਸ ਨੂੰ ਉਹਨਾਂ ਕਮਿਸ਼ਨ ਵਧਾਤੀ। ਤੁਹਾਨੂੰ ਲੱਗਦਾ ਕੋਈ ਫ੍ਰੀ 'ਚ ਵਧਾਤੀ ਨਹੀਂ ਕਮਿਸ਼ਨ ਦੀ? ਉਹਦਾ ਹਿਸਾਬ ਦੱਸਣਾ ਕੀ ਹੈ ਜੀ। ਉਹ ਪੈਸਾ ਕਿੱਥੇ ਇਸਤੇਮਾਲ ਹੋ ਰਿਹਾ? ਉਹ ਝੂਠ ਦਾ ਪ੍ਰਗਟਾਵਾ ਕਰਨ ਵਾਸਤੇ ਜੀ। ਮਤਲਬ ਦਿੱਲੀ ਦਾ ਜਿਹੜਾ ਠੇਕੇਦਾਰਾਂ ਕੋਲੋਂ, ਜਿਹੜੇ ਦਾਰੂ ਦੇ ਠੇਕੇਦਾਰਾਂ ਕੋਲੋਂ ਜਿਹੜਾ ਪੈਸਾ ਇਕੱਠਾ ਹੈ ਉਹ ਕਿੱਥੇ ਯੂਜ਼ ਹੋ ਰਿਹਾ ਜੀ? ਨਹੀਂ ਤੇ ਮੈਂ ਤੁਹਾਡੀ ਕਮਿਸ਼ਨ ਯਕਾਯਕ 2% ਵਧਾ ਕੇ 12% ਕਰ ਦੇਵਾਂ, ਕੋਈ ਕਾਰਨ ਹੋਏਗਾ ਨਾ। ਉਹਨਾਂ ਮੰਗੀ ਨਹੀਂ, ਉਹਨਾਂ ਕੋਈ ਡਿਮਾਂਡ ਨਹੀਂ ਸੀ। ਬੁਲਾ ਕੇ ਵੀ ਤੁਹਾਡੀ ਕਮਿਸ਼ਨ 2% 12% ਕਰ ਰਹੇ ਹਾਂ। ਇਹ ਬੜਾ ਸਾਫ਼ ਹੈ। ਪਰ ਜਿਹੜੀ ਮੈਂ ਹਲੇ ਵੀ ਜਿਹੜੀ ਗੱਲ ਕਹਿ ਰਿਹਾ ਉਸ ਗੱਲ ਤੇ ਹਲੇ ਵੀ ਟਿਕਿਆ। ਉਹਦੇ ਮਨ 'ਚ ਕਿਧਰੇ ਹੈਗਾ ਕਿ ਮੈਂ ਅਗਰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗਾ, ਅਗਰ ਉਹਦੀ ਕਿਤੇ ਨਹੀਂ ਉਹਦੀ ਗੱਲ ਪੂਰੀ ਹੋ ਰਹੀ, ਪਰ ਜਦ ਵੀ ਉਹਦਾ ਮੌਕਾ ਲੱਗੇਗਾ ਉਹ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਏਗਾ। ਆਖਿਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣਾ ਨੇ ਦਾਅਵਾ ਕੀਤਾ ਕੱਲ ਹੀ ਕਿ ਸਾਡੀ 80 ਸੀਟਾਂ ਆ ਰਹੀਆਂ ਨੇ ਤੇ ਬੀਜੇਪੀ ਨੂੰ 2 ਬਹੁਤ ਚੰਗੀ ਪੋਜੀਸ਼ਨ ਰਹੀ ਤੇ 3।
ਮੰਗੇਰੀ ਲਾਲ ਦੇ ਅਸੀਸ ਆਪਣੇ ਇਹ ਕਹਿ ਸਕਦਾ। ਲੋਕਾਂ ਨੂੰ ਪਤਾ ਹੈ ਲੋਕੀ ਇੱਕ ਹੋਰ ਗੱਲ ਸੁਣੋ, ਜਿਹੜੇ ਪਲਟੀ ਕਰਦੇ ਨੇ ਲੋਕੀ ਉਹਦਾ ਨਾਂ ਨਹੀਂ ਜਾਂਦੇ ਜੀ। ਉਹ ਕੇਜਰੀਵਾਲ ਹੋਏ ਬੇਸ਼ੱਕ ਸੁਖਬੀਰ ਬਾਦਲ ਹੋਏ, ਜਿਹੜੀ ਕਹਿੰਦੇ ਕੁਛ ਨੇ ਕਰਦੇ ਕੁਛ ਨੇ, ਲੋਕੀ ਉਹਨਾਂ ਨਾਲ ਨਹੀਂ ਜਾਂਦੇ ਜੀ। ਉਹ ਤੇ ਕਹਿੰਦੇ ਤੁਸੀਂ ਪਿੱਠ 'ਚ ਛੁਰਾ ਮਾਰਿਆ ਬੀਜੇਪੀ ਨੇ ਸਾਡੇ। ਇੱਕ ਮਿੰਟ ਆ ਰਹੇ ਜਿਹੜੇ ਅਲਟੀ ਪਲਟੀ ਕਰਦੇ ਨੇ ਜੀ, ਉਹ ਸਭ ਲੋਕੀ ਪਛਾਣਦੇ ਨੇ। ਕਹਿੰਦੇ ਕਦ ਕੀ ਸਟੇਟਮੈਂਟ ਦਿੱਤਾ, ਲੋਕੀ ਰਿਕਾਰਡ ਰੱਖਦੇ ਨੇ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਜ਼ਮਾਨਾ ਹੈ, ਮੈਂ ਤੁਹਾਨੂੰ ਜੋ ਕਹਿ ਰਿਹਾ ਇਹ ਰਿਕਾਰਡ ਕਈ ਸਾਲ ਚੱਲੇਗਾ, ਜੋ ਮੈਂ ਤੁਹਾਨੂੰ ਗੱਲਾਂ ਕਹਿ ਕੇ ਜਾ ਰਿਹਾ। ਤੇ ਇਸ ਕਰਕੇ ਜੋ ਸੁਖਬੀਰ ਬਾਦਲ ਨੇ, ਜੋ ਬੀਬਾ ਜੀ ਨੇ, ਜਾਂ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜੋ ਸਟੇਟਮੈਂਟ ਦਿੱਤੇ ਨੇ, ਉਹ ਸਭ ਲੋਕਾਂ ਦੇ ਖਾਤੇ 'ਚ ਹੈਗੇ ਨੇ, ਇਹ ਨਹੀਂ ਕੋਈ ਛੁੱਟਿਆ ਹੈ ਜੀ। ਇਸ ਕਰਕੇ ਸੁਖਬੀਰ ਬਾਦਲ ਨਹੀਂ ਕਹਿ ਸਕਦਾ ਇਹ ਮੁੰਗੇਰੀ ਲਾਲ ਦੇ ਅਸੀਸ ਸੁਪਨੇ ਨੇ, ਵੇਖਣ ਨੂੰ ਮਤਲਬ ਸੁਪਨੇ ਲੈਣਾ ਅੱਛੀ ਗੱਲ ਹੈ, ਲੈਣੇ ਹੀ ਚਾਹੀਦੇ ਨੇ। ਬਹੁਤ ਧੰਨਵਾਦ ਹਰਪ੍ਰੀਤ ਸਿੰਘ ਜੀ। ਸੋ ਇਸ ਹਨ ਹਰਪ੍ਰੀਤ ਸਿੰਘ। ਹਾਲਾਂਕਿ ਸੁਖਬੀਰ ਬਾਦਲ ਦਾਅਵਾ ਜ਼ਰੂਰ ਕਰਦੇ ਨੇ ਬੀਜੇਪੀ ਦੇ ਲਈ ਕਿ ਉਹਨਾਂ ਨੂੰ ਸਿਰਫ 2 ਤੋਂ 3 ਸੀਟਾਂ ਹੀ ਪੰਜਾਬ ਦੇ ਵਿੱਚ ਆਉਣਗੀਆਂ, ਉਹ ਵੀ ਜੇ ਬੀਜੇਪੀ ਦੀ ਬਹੁਤ ਚੰਗੀ ਪੋਜੀਸ਼ਨ ਰਹੀ ਤਾਂ। ਪਰ ਬੀਜੇਪੀ ਇਹ ਸੁਖਬੀਰ ਬਾਦਲ ਦੇ ਸੁਪਨੇ ਦੱਸਦੀ ਹੈ। ਦੂਸਰੀ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਕਨਵਰਜਨ ਨੂੰ ਲੈ ਕੇ ਬੀਜੇਪੀ ਆਪਣੇ ਬਿਆਨ ਤੇ ਸਥਿਰ ਹੈ ਕਿ ਕਨਵਰਜਨ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਨੂੰਨ ਆਏਗਾ। ਹਾਲਾਂਕਿ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਹਜੇ ਸਥਿਤੀ ਕਲੀਅਰ ਨਹੀਂ ਹੈਗੀ। ਬੀਜੇਪੀ ਦੇ ਦੂਸਰੀਆਂ ਸਟੇਟਸ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਜਿਹੜੇ ਦਾਅਵੇ ਹੈ ਉਹ ਤੇਜ਼ ਹੋ ਰਹੇ ਨੇ ਕਿ ਉਹਨਾਂ ਸੂਬਿਆਂ 'ਚ ਲਾਗੂ ਹੋਣਾ ਚਾਹੀਦਾ। ਪੰਜਾਬ ਨੇ ਹਮੇਸ਼ਾ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਹੀ ਕੀਤਾ ਹੈ। ਜਿਸ ਵਿਚਾਰ ਦੇ ਨਾਲ ਬੀਜੇਪੀ ਪੰਜਾਬ ਦੇ ਵਿੱਚ ਆਉਂਦੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਬੀਜੇਪੀ ਦੇ ਲਈ ਸਥਿਤੀ ਖਰਾਬ ਜ਼ਰੂਰ ਹੋ ਸਕਦੀ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਨੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।